ਤਾਂ ਕਿਸ ਤਰੀਕੇ ਦੇ ਨਾਲ ਫਰਾਡਾਂ ਤੋਂ ਬਚਣਾ ਹੈ ਤੇ ਕਿੱਦਾਂ ਆਪਣੇ ਪੈਸਿਆਂ ਦਾ ਸਹੀ ਇਸਤੇਮਾਲ ਕਰਕੇ ਵਿਦੇਸ਼ਾਂ ਤੱਕ ਪਹੁੰਚਣਾ ਹੈ। ਧੋਖਾਧੜੀ ਉਹਨਾਂ ਦੇ ਨਾਲ ਹੋ ਜਾਂਦੀ ਹੈ। ਇਸ ਕੰਪਨੀ ਨੂੰ ਰਨ ਕਰਦੇ ਹੋਏ ਇਸ ਕੰਪਨੀ ਨੂੰ ਲਗਭਗ ਇੱਕ ਦਹਾਕੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ। ਆਪਾਂ ਸੁਣ ਪਾ ਰਹੇ ਹਾਂ ਕਿ ਰਿਫਿਊਜ਼ਲ ਰੇਟ ਬਹੁਤ ਵਧਿਆ, ਪਰ ਮੇਰੀ ਥਿੰਕਿੰਗ ਨਾਲ ਰਿਫਿਊਜ਼ਲ ਰੇਟ ਨਹੀਂ ਵਧਿਆ। ਬਸ ਜਿਹੜੀ ਐਮਬੈਸੀ ਥੋੜੀ ਸਟ੍ਰਿਕਟ ਹੋਈ ਹੈ। ਅੱਧੇ ਤੋਂ ਜ਼ਿਆਦਾ ਏਜੰਟਸ ਉਹਨਾਂ ਨਾਲ ਸਿਰਫ ਇਹੀ ਕਮਿਟ ਕਰਦੇ ਨੇ ਕਿ ਅਸੀਂ ਤੁਹਾਨੂੰ ਐਸਓਪੀ ਵਗੈਰਾ ਨਹੀਂ ਦਿਖਾਵਾਂਗੇ, ਆਪਣਾ ਕੋਈ ਪ੍ਰਾਈਵੇਸੀ ਚੀਜ਼ ਨਹੀਂ, ਜਦ ਕਿ ਸਟੂਡੈਂਟ ਦਾ ਹੱਕ ਹੈ। ਪਹਿਲਾਂ ਤਾਂ ਮੇਰੇ ਕੋਲ ਦੋ ਗੱਲਾਂ ਦਾ ਸਵਾਲ ਹੋਣਾ ਬਹੁਤ ਜ਼ਰੂਰੀ ਹੈ। ਉਹਦੇ ਕੋਲ ਵੀਜ਼ਾ ਕਿਉਂ ਨਹੀਂ ਆਇਆ ਔਰ ਮੇਰੇ ਕੋਲ ਕਿਉਂ ਆਇਆ। ਮੈਂ ਜ਼ਿਆਦਾ ਦੇਖਿਆ ਹੋਇਆ ਵੀ ਸਟੂਡੈਂਟਸ ਵੀ ਤਕਰੀਬਨ ਇਸ ਗੱਲ ਤੋਂ ਕੇਅਰਲੈਸ ਹੁੰਦੇ ਨੇ। ਆਪਣੀ ਪ੍ਰੋਫਾਈਲ ਨੂੰ ਜੇ ਏਜੰਟ ਕੋਈ ਭੇਜ ਵੀ ਰਿਹਾ ਤਾਂ ਉਹਨੂੰ ਪ੍ਰੋਪਰ ਤਰੀਕੇ ਨਾਲ ਰੀਡ ਨਹੀਂ ਕਰਦੇ, ਕਿਉਂਕਿ ਬੱਚਿਆਂ ਦਾ ਭਵਿੱਖ ਮਾਂ-ਪਿਓ ਨੇ 12 ਤੋਂ 14 ਸਾਲ ਫੀਸਾਂ ਭਰੀਆਂ ਹੁੰਦੇ ਨੇ। ਸਭ ਕੁਝ ਕਰਨ ਤੋਂ ਬਾਅਦ ਵੀ ਜੇ ਐਂਡ ਦੇ ਬੱਚੇ ਨੂੰ ਰਿਫਿਊਜ਼ਲ ਮਿਲ ਜਾਂਦਾ ਤਾਂ ਪੇਰੈਂਟਸ ਦਾ ਡੈਫੀਨਿਟਲੀ ਮਨ ਤੋੜਦਾ। ਪਲੱਸ ਤੁਸੀਂ ਗੂਗਲ ਤੇ ਜਾ ਕੇ ਆਨਲਾਈਨ ਚੈੱਕ ਜ਼ਰੂਰ ਕਰੋ ਕਿ ਜੋ ਏਜੰਟ ਮੇਰਾ ਕਹਿ ਰਿਹਾ ਉਹ ਵਾਕਈ ਸੱਚ ਹੈ। ਜ਼ਿਆਦਾ ਰਿਫਿਊਜ਼ਲ ਜਿਹੜੀਆਂ ਦੇਖੀਆਂ ਜਾ ਰਹੀਆਂ ਨੇ ਉਹ ਪ੍ਰਾਈਵੇਟ ਕਾਲਜਸ ਦੀਆਂ ਨੇ, ਜਿੱਥੇ ਕਿਹਾ ਜਾ ਰਿਹਾ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਇਹ ਕੀ ਨਾਮ ਹੈ ਜਿਹੜਾ ਸੈੱਟ ਕਰ ਦਿੱਤਾ ਗਿਆ ਕਿ ਨਹੀਂ ਵੀ ਸਾਰੇ ਪੈਸੇ ਜਿਹੜੇ ਵੀਜ਼ਾ ਲੱਗਣ ਤੋਂ ਬਾਅਦ? ਏਜੰਟ ਕਦੀ ਵੀ ਤੁਹਾਡੀ ਫੀਸ ਇੱਕ ਪ੍ਰਾਈਵੇਟ ਕਾਲਜ ਜਾਂ ਗਵਰਨਮੈਂਟ ਕਾਲਜ ਦੇ ਵਿੱਚ ਕਦੀ ਪੇ ਨਹੀਂ ਕਰੂਗਾ, ਕਿਉਂਕਿ ਤੁਸੀਂ ਖੁਦ ਦੇਖੋ ਵੀ ਆਪਣਾ ਇੱਕ ਰਿਸ਼ਤੇਦਾਰ ਭੈਣ ਭਰਾ 10,000 ਦੇਣ ਲੱਗੇ ਸੋਚਦਾ ਹੈ ਤੇ ਇੱਕ ਏਜੰਟ 10 ਲੱਖ ਰੁਪਈਆ ਆਪਣੇ ਅਕਾਊਂਟ ਤੋਂ ਸਟੂਡੈਂਟ ਦੀ ਫੀਸ ਕਿੱਦਾਂ ਪਾਏ। ਔਰ ਬੱਚਿਆਂ ਨੂੰ ਗੁੰਮਰਾਹ ਕੀਤਾ ਜਾਂਦਾ ਤੁਹਾਡੇ ਜਿਹੜੇ ਪੈਸੇ ਅਸੀਂ ਵੀਜ਼ਾ ਲੱਗਣ ਤੋਂ ਬਾਅਦ ਜਾਣਗੇ। ਔਖਾ ਪਤਾ ਜਦੋਂ ਸਟੂਡੈਂਟਸ ਨੂੰ ਹੁੰਦਾ ਉਹ ਹੁੰਦਾ ਜਦੋਂ ਉਹ ਫਰਾਡ ਦੇ ਵਿੱਚ ਫਸ ਜਾਂਦੇ ਨੇ, ਧੋਖੇ ਵਾਲੇ ਕੇਸਿਸ ਦੇ ਵਿੱਚ ਫਸ ਜਾਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਯਕੀਨ ਹੀ ਨਹੀਂ ਹੁੰਦਾ ਕਿਸੇ ਹੋਰ ਕੰਪਨੀ ਦੇ ਕੋਲ ਜਾ ਕੇ। ਉਹਨਾਂ ਤੋਂ ਕਿੱਦਾਂ ਬਚਣਾ ਬੱਚਿਆਂ ਨੇ? ਪ੍ਰੈਜ਼ੈਂਟ ਟਾਈਮ ਸਟੱਡੀ ਚਾਹੀਦੀ ਹੈ, ਬੱਚਾ ਜੈਨੂਇਨ ਚਾਹੀਦਾ ਹੈ ਕੈਨੇਡਾ ਨੂੰ। ਅੱਗੇ ਚੱਲ ਜਾਂਦਾ ਹੁੰਦਾ ਸੀਗਾ ਵੀ ਆਪਾਂ ਬਿਨਾਂ ਐਸਓਪੀ ਦੇ ਵਿੱਚ ਵੀ ਆਪਾਂ ਲਾ ਦਿੰਦੇ ਸੀ। ਬਸ ਮੋਸਟਲੀ 90% ਏਜੰਟ ਪੰਜਾਬ ਦੇ ਵਿੱਚ ਇਹੋ ਜਿਹੇ ਨੇ ਜਿਹੜੇ ਕਿ ਟੈਂਪਲੇਟ ਹੀ ਲਾ ਰਹੇ ਨੇ। ਤੁਹਾਡੇ ਕੋਲ ਬੱਚਾ ਸਟੂਡੈਂਟ ਆਂਦਾ ਹੈ ਜਦੋਂ ਮੰਨ ਲਓ ਫਰੈਸ਼ ਹੈ ਬਿਲਕੁਲ ਹਨਾ, 12ਵੀਂ ਕਰਕੇ ਆਇਆ, ਇਮੀਗ੍ਰੇਸ਼ਨ ਕੰਪਨੀ ਦੀ ਗੱਲ ਕਰਾਂ ਤਾਂ ਉਹ ਕਿੱਦਾਂ ਸੌਰਟ ਕਰਦੀ ਹੈ? ਕਿਉਂਕਿ ਇੱਕੋ ਹੀ ਪਲੇਟਫਾਰਮ ਦੇ ਉੱਤੇ ਤੁਸੀਂ ਦੋਨੋਂ ਚੀਜ਼ਾਂ ਬੱਚਿਆਂ ਨੂੰ ਦੇ ਰਹੇ ਹੋ। ਸਾਡੀ ਟੀਮ ਹੈ, ਬਹੁਤ ਟ੍ਰੇਨ ਕੀਤਾ ਜਾਂਦਾ ਟੀਮ ਨੂੰ, ਔਰ ਬੇਸਿਕਲੀ ਡੇਲੀ ਅਪਡੇਟ ਰਹਿੰਦੇ ਆ ਟੀਮ ਦੇ ਨਾਲ। ਇਸ ਬੱਚੇ ਦੀ ਕਾਉਂਸਲਿੰਗ ਹੁੰਦੀ ਹੈ। ਕਾਉਂਸਲਿੰਗ ਤੋਂ ਬਾਅਦ ਜਦੋਂ ਅਸੀਂ ਫਾਈਲ ਕਰਦੇ ਹਾਂ 3 ਤੋਂ 4 ਵਾਰੀ ਬੱਚੇ ਦੀ ਫਾਈਲ ਚੈੱਕ ਹੁੰਦੀ ਹੈ। ਤੇ ਇੱਕ ਤੁਹਾਡੇ ਕੋਲ ਫਰੈਸ਼ ਬਿਲਕੁਲ ਜਿਸ ਨੂੰ ਕੁਝ ਵੀ ਨਹੀਂ ਪਤਾ ਪਰ ख्वाब ਲੈ ਕੇ ਆਇਆ ਵੱਡੇ ਤੇ ਉਹਨੇ ਬਾਹਰ ਜਾਣਾ ਹੈਨਾ, ਤੇ ਉਹਨੂੰ ਕੁਝ ਵੀ ਨਹੀਂ ਪਤਾ, ਰॉ ਹੈ, ਤੇ ਕਿੱਦਾਂ ਤੁਸੀਂ ਗਾਈਡ ਕਰਦੇ ਹੋ ਉਹਨਾਂ ਨੂੰ? ਜਦੋਂ ਬੱਚਾ ਸਾਡੇ ਕੋਲ ਇੱਥੇ ਇੰਸਟੀਚਿਊਟ ਹੁੰਦਾ ਆ, ਪਹਿਲਾਂ ਅਸੀਂ ਉਹਨੂੰ ਇੱਕ ਲੈਵਲ ਉਹਦਾ ਦੇਖਦੇ ਹਾਂ ਕਿ ਬੱਚੇ ਦਾ ਲੈਵਲ ਕੀ ਆ। ਫਿਰ ਉਸ ਅਕੋਰਡਿੰਗ ਬੱਚੇ ਨੂੰ ਲੈਵਲ ਵਾਈਜ਼ ਸਾਡੀ ਕਲਾਸਿਸ ਬਣੀਆਂ ਹੋਈਆਂ। ਓਕੇ, ਸਾਡੀ ਬੇਸਿਕ, ਇੰਟਰਮੀਡੀਏਟ, ਫਲਾਇਰ, ਐਗਜ਼ਾਮ ਬੈਚ, ਸੋ ਉਸ ਅਕੋਰਡਿੰਗ ਬੱਚੇ ਨੂੰ ਬਿਠਾ ਦਿੰਦੇ ਹਾਂ। ਤਾਂ ਤੁਸੀਂ ਇੰਨੇ ਸਾਰੇ ਸਟੂਡੈਂਟਸ ਨੂੰ ਇਕੱਠੇ ਕਿੱਦਾਂ ਗਾਈਡ ਕਰ ਪਾਉਂਦੇ ਹੋ? ਕਿਉਂਕਿ ਔਖਾ ਹੋ ਜਾਂਦਾ ਜਦੋਂ ਇੰਨੇ ਸਾਰੇ ਸਟੂਡੈਂਟਸ ਨੇ, ਆਬਵੀਅਸ ਜੀ ਗੱਲ ਆ, ਤੇ ਉਹਨਾਂ ਤੇ ਫੋਕਸ ਕਰਨਾ, ਇੱਕ ਸਟੂਡੈਂਟ ਦੇ ਉੱਤੇ ਫੋਕਸ ਕਰਨਾ, ਉਹ ਕਿਸ ਤਰੀਕੇ ਨਾਲ ਕਰਦੇ? ਕਿ ਤੁਸੀਂ ਟੀਚਰ ਉਦੋਂ ਹੀ ਘਲਾਉਂਦੇ ਹੋ ਜਦੋਂ ਤੁਹਾਨੂੰ ਇੱਕ ਬੱਚੇ ਦੀ ਵੀਕ ਜ਼ੋਨ ਤੇ ਸਟਰੋਂਗ ਜ਼ੋਨ ਬਾਰੇ ਪਤਾ ਹੋਵੇ। ਠੀਕ ਹੈ, ਸੋ ਬੇਸਿਕਲੀ ਅਸੀਂ ਉਹੀ ਚੀਜ਼ ਹੈ, ਫਸਟ ਆਫ ਆਲ ਅਸੀਂ ਬੱਚੇ ਦੀਆਂ ਵੀਕ ਜ਼ੋਨ ਫਾਈਂਡ ਆਊਟ ਕਰਦੇ ਹਾਂ ਕਿ ਬੱਚਾ ਕਿਹੜੇ ਮੋਡਿਊਲ ਵਿੱਚ ਕਿਹੜੀ ਚੀਜ਼ 'ਚ ਵੀਕ ਆ। ਦੇ ਆਇਲਸ ਜਦੋਂ ਤੁਸੀਂ ਵੀ ਮੌਕ ਟੈਸਟ ਵਗੈਰਾ ਲੈ ਰਹੇ ਹੋ ਤੇ ਉੱਥੇ ਪਰਫਾਰਮ ਅੱਛਾ ਕਰ ਗਿਆ ਤੇ ਜਦੋਂ ਮੇਨ ਟੈਸਟ ਆਇਆ ਉੱਥੇ ਬੱਚਾ ਨਰਵਸ ਹੋ ਜਾਂਦਾ ਹੈ। ਦੇਖੋ, ਇਹਦੇ ਵਿੱਚ ਤੁਹਾਨੂੰ ਦੱਸਦਾ ਨੇ ਮੇਨ ਕਾਰਨ, ਤੁਸੀਂ ਇੱਕ ਬਹੁਤ ਵਧੀਆ ਕੁਐਸਚਨ ਪੁੱਛਿਆ। ਆਈਜੀ ਗੇਟ ਤੇ ਮੋਸਟ ਆਫ ਦਾ ਬੱਚਿਆਂ ਨਾਲ ਇਹੀ ਕੁਝ ਹੋ ਰਿਹਾ ਕਿ ਬੱਚਾ ਇੰਸਟੀਚਿਊਟ 'ਚ ਵਧੀਆ ਕਰ ਰਿਹਾ ਬਟ ਪੇਪਰ ਦੇ ਵਿੱਚ ਉਹੀ ਬੱਚੇ ਦੇ 5.5 ਬੈਂਡ ਸਕੋਰ ਆਇਆ। ਉਹਦਾ ਵਿੱਚ ਮੇਨ ਕਾਰਨ ਕਿ ਬੱਚਾ ਉੱਥੇ ਜਾ ਕੇ ਨਰਵਸ ਹੋ ਜਾਂਦਾ, ਬੱਚੇ ਦਾ ਮਾਈਂਡ ਖੜ ਜਾਂਦਾ ਉੱਥੇ ਜਾ ਕੇ। ਦੋਨਾਂ ਨੇ ਸੇਮ ਤਰੀਕੇ ਦੇ ਨਾਲ ਜਿਹੜੀ ਹੈ ਮਿਹਨਤ ਕੀਤੀ, ਬਿਲਕੁਲ। ਇੱਕ ਦੇ ਬੈਂਡ ਜ਼ਿਆਦਾ ਆ ਗਏ, ਇੱਕ ਦੇ ਘੱਟ ਆ ਗਏ। ਉਸ ਚੀਜ਼ 'ਚ ਇਹ ਹੈ ਕਿ ਦੇਖੋ, ਬੱਚੇ ਦੀ ਪਹਿਲੀ ਗੱਲ ਤਾਂ ਬੈਂਡ ਸਕੋਰ ਹੋਣੇ, ਬੱਚਾ ਇਸ ਟੋਟਲੀ ਬੈਂਡ ਬੱਚੇ ਦਾ ਹਾਰਡ ਵਰਕ। ਠੀਕ ਹੈ ਜੀ, ਬੱਚੇ ਦੇ ਹਾਰਡ ਵਰਕ ਕਰਦਾ ਐਂਡ ਕਿਤੇ ਨਾ ਕਿਤੇ ਬੱਚੇ ਦਾ ਲੱਕ ਵੀ ਕੰਮ ਕਰਦਾ। ਪਰ ਜਦੋਂ ਇੱਕ ਬੱਚਾ ਦੂਜੇ ਸੈਂਟਰ ਤੋਂ ਨਿਰਾਸ਼ ਹੋ ਕੇ ਸਾਡੇ ਕੋਲ ਆਉਂਦਾ ਹੈ ਹਨਾ, ਜਦੋਂ ਬੱਚੇ ਨਾਲ ਮੈਂ ਥੋੜਾ ਇੰਟਰੈਕਟ ਕਰਦਾ, ਬੱਚੇ ਨਾਲ ਗੱਲਬਾਤ ਕਰਦਾ ਹਨਾ, ਈਵਨ ਉਹ ਬੱਚੇ ਨੂੰ ਉਹਦੇ ਬੇਸਿਕਸ ਨਹੀਂ ਕਲੀਅਰ ਹੁੰਦੇ
ਬਿਕੋਜ਼ ਜਿਹੜਾ ਆਇਲਸ ਆ ਇੱਕ ਜਸਟ ਇੱਕ ਨਾਰਮਲ ਇੰਗਲਿਸ਼ ਟੈਸਟ ਆ, ਇਹ 'ਚ ਕੋਈ ਰॉकेट ਸਾਇੰਸ ਨਹੀਂ ਆ, ਇੱਕ ਜਸਟ ਇੱਕ ਬੇਸਿਕ ਪੈਰਾਮੀਟਰਸ ਬੱਚੇ ਦੇ ਕਲੀਅਰ ਹੋਣ, ਬੱਚਾ ਆਰਾਮ ਨਾਲ ਕਲੀਅਰ ਕਰ ਦਿੰਦਾ। ਬਟ ਜਦੋਂ ਮੈਂ ਦੇਖਦਾ ਕਿ ਉਹਨੂੰ ਇਹੀ ਚੀਜ਼ ਨਹੀਂ ਕਰਾਈ ਜਾਂਦੀ, ਬੱਚਾ ਕਿਵੇਂ ਕਲੀਅਰ ਕਰ ਲੂਗਾ। ਐਂਡ ਦੂਸਰੀ ਚੀਜ਼ ਕਿ ਸਾਡੇ ਜਿਹੜੇ ਮੈਥਡਸ ਹੁੰਦੇ ਆ ਉਹਦੇ ਪਿੱਛੇ ਇੱਕ ਸਪੈਸੀਫਿਕ ਰੀਜ਼ਨ ਹੁੰਦਾ ਕਿ ਬੱਚਾ ਉਹ ਚੀਜ਼ ਕਿਉਂ ਆਪਟ ਕਰੇ। ਐਂਡ ਉਹ ਚੀਜ਼ 100% ਬੱਚੇ ਨੂੰ ਸ਼ੋਰਟੀ ਦਾ ਬੱਚੇ ਦੇ ਬੈਂਡ ਸਕੋਰ ਹੁੰਦੇ ਆ। ਬਟ ਮੈਂ ਤੁਹਾਡੇ ਅੱਜ ਕੈਮਰੇ ਦੇ ਸਾਹਮਣੇ ਕਹਿ ਰਿਹਾ ਕਿ ਜਿਹੜਾ ਬੱਚਾ ਸਾਡੇ ਕੋਲ ਇੱਥੇ ਆ ਕੇ ਕਹਿੰਦਾ ਸਾਡੇ ਕੋਲ ਰੀਡਿੰਗ ਨਹੀਂ ਹੋ ਰਹੀ ਹਨਾ, ਇੱਥੇ ਸਾਡੇ ਕੋਲ ਇੱਥੇ ਆਵੇ, ਅਸੀਂ 100% ਮੈਂ ਸ਼ੋਰਟੀ ਦਿੰਦਾ ਕਿ ਬੱਚੇ ਦੇ 100% ਰੀਡਿੰਗ ਮੋਡਿਊਲ 'ਚ ਬੈਂਡ ਸਕੋਰ ਹੋਣਗੇ। 95% ਜਿਹੜੀ ਮੈਂ ਪਰਸਨਲੀ ਗੱਲ ਕਰਾਂ, ਮੇਰੀ ਫਾਈਲ ਕੋਈ ਨਹੀਂ ਰੁਕੀ ਕਿ 100% ਗਾਰੰਟੀ ਜਿਹੜੀ ਹੈ ਗੁਰਕਿਰਪਾ ਇਮੀਗ੍ਰੇਸ਼ਨ ਚੱਕਦੀ ਹੈ ਕਿ ਇਸ ਬੱਚੇ ਦਾ ਬਾਹਰ ਜਾਣਾ ਪੱਕਾ ਹੈ। ਜਿਸ ਬੱਚਿਆਂ ਦਾ ਰਿਫਿਊਜ਼ਲ ਆਇਆ, ਘਬਰਾਉਣ ਦੀ ਬਿਲਕੁਲ ਜ਼ਰੂਰਤ ਨਹੀਂ। ਮੇਰੇ ਅਕੋਰਡਿੰਗਲੀ ਵੀਜ਼ਾ ਆਫੀਸਰ ਕਦੀ ਵੀ ਵੀਜ਼ਾ ਰਿਫਿਊਜ਼ ਨਹੀਂ ਕਰਦਾ ਜੇ ਤੁਹਾਡੀ ਫਾਈਲ 'ਚ ਮਿਸਟੇਕ। ਮੈਮ ਜਿਹੜਾ ਮੇਰਾ ਸਕਸੈਸ ਰੇਟ ਹੈ ਬੇਸਿਕਲੀ 4 ਤੋਂ 5 ਮਹੀਨੇ ਦਾ ਮੈਂ ਸਰਵੇ ਦੇਖ ਰਿਹਾ ਆਪਣਾ, ਮੇਰਾ ਇੱਕ ਵੀ ਰਿਫਿਊਜ਼ਲ ਹੈ ਨਹੀਂਗਾ। ਇਹ ਸਾਡਾ ਦਾਅਵਾ ਹੈ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਿਖਾ ਸੰਧੀਰ। 4 ਤੋਂ ਵੱਧ ਰਿਫਿਊਜ਼ਲਸ ਆ ਚੁੱਕੀਆਂ ਨੇ। 5 ਵਾਰ ਸੋਚ ਚੁੱਕੇ ਹੋ ਕਿ ਹੁਣ ਇਸ ਦਾ ਕੀ ਨਤੀਜਾ ਨਿਕਲੇਗਾ। ਇਹਨਾਂ तमाम ਸਵਾਲਾਂ ਦੇ ਜਵਾਬ ਅੱਜ ਇਸ ਖਾਸ ਇੰਟਰਵਿਊ ਦੇ ਵਿੱਚ ਤੁਹਾਡੇ ਲਈ ਖਾਸ ਕਰਕੇ ਲੈ ਕੇ ਆਏ ਹਾਂ। ਤਾਂ ਕਿਸ ਤਰੀਕੇ ਦੇ ਨਾਲ ਫਰਾਡਾਂ ਤੋਂ ਬਚਣਾ ਹੈ ਤੇ ਕਿੱਦਾਂ ਆਪਣੇ ਪੈਸਿਆਂ ਦਾ ਸਹੀ ਇਸਤੇਮਾਲ ਕਰਕੇ ਵਿਦੇਸ਼ਾਂ ਤੱਕ ਪਹੁੰਚਣਾ ਹੈ। ਤੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਗੁਰਕਿਰਪਾ ਇਮੀਗ੍ਰੇਸ਼ਨ ਦੇ MD ਤੇ ਜਰਮਨਜੀਤ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਜਿੱਦਾਂ ਮੈਂ ਹੁਣੀ ਸ਼ੁਰੂਆਤ ਕੀਤੀ ਇੰਟਰਵਿਊ ਦੀ ਕਿ ਰਿਫਿਊਜ਼ਲਸ ਬਹੁਤ ਆਉਂਦੀਆਂ ਸਟੂਡੈਂਟਸ ਦੀ, ਉਹਨਾਂ ਨੂੰ ਧੋਖਾਧੜੀ ਉਹਨਾਂ ਦੇ ਨਾਲ ਹੋ ਜਾਂਦੀ ਹੈ। ਤਾਂ ਤੁਹਾਡਾ ਇਸ ਉੱਤੇ ਕੀ ਟੇਕ ਹੈ? ਤੁਹਾਨੂੰ ਇਸ ਕੰਪਨੀ ਨੂੰ ਰਨ ਕਰਦੇ ਹੋਏ, ਇਸ ਕੰਪਨੀ ਨੂੰ ਲਗਭਗ ਇੱਕ ਦਹਾਕੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਇਹਨਾਂ ਸਾਰੀ ਚੀਜ਼ਾਂ ਨਾਲ ਡੀਲ ਕਰਦੇ ਹੋਏ, ਤੇ ਕਿੱਦਾਂ ਦੇਖਦੇ ਹੋ ਇਹਨਾਂ ਸਾਰੀ ਚੀਜ਼ਾਂ ਨੂੰ? ਜੋ ਟਾਈਮ ਅੱਜ ਚੱਲ ਰਿਹਾ ਮੈਮ, ਜਿਸ ਟਾਈਪ ਦਾ ਜੋ ਮਾਹੌਲ ਅੱਜ ਦੀ ਡੇਟ ਚੱਲ ਰਿਹਾ, ਰਿਫਿਊਜ਼ਲਾਂ ਦਾ ਮਾਹੌਲ ਬਹੁਤ ਜ਼ਿਆਦਾ ਚੱਲ ਰਿਹਾ। ਬੇਸਿਕਲੀ ਇਹ ਵੀ ਸੁਣਨ 'ਚ ਆ ਰਿਹਾ, ਜੋ ਆਪਾਂ ਸੁਣ ਪਾ ਰਹੇ ਹਾਂ ਕਿ ਰਿਫਿਊਜ਼ਲ ਰੇਟ ਬਹੁਤ ਵਧਿਆ, ਪਰ ਮੇਰੀ ਥਿੰਕਿੰਗ ਨਾਲ ਰਿਫਿਊਜ਼ਲ ਰੇਟ ਨਹੀਂ ਵਧਿਆ। ਬਸ ਜਿਹੜੀ ਐਮਬੈਸੀ ਥੋੜੀ ਸਟ੍ਰਿਕਟ ਹੋਈ ਹੈ, ਜਿੱਥੇ ਛੋਟੀਆਂ ਮੋਟੀਆਂ ਕਮੀਆਂ ਫਾਈਲ ਦੇ ਵਿੱਚ ਚੱਲ ਸਕਦੀਆਂ ਸੀ ਉਹ ਅੱਜ ਨਹੀਂ ਚੱਲ ਰਹੀਆਂ। ਕਿਉਂਕਿ ਬੇਸਿਕਲੀ ਆਪਾਂ ਜਿੰਨਾ ਵੀ ਆਪਣੀ ਪ੍ਰੋਫਾਈਲ 'ਤੇ ਧਿਆਨ ਦੇਵਾਂਗੇ ਆਪਣੇ ਲਈ ਉਨਾ ਹੀ ਬੈਨੀਫਿਟ ਹੋਊਗਾ। ਮੋਸਟਲੀ ਦੇਖਿਆ ਗਿਆ ਜਿੰਨੇ ਵੀ ਜਿਹੜੇ ਸਟੂਡੈਂਟਸ ਨੇ ਜਦੋਂ ਫਾਈਲ ਲਗਵਾਉਣ ਜਾਂਦੇ ਨੇ ਤਾਂ ਤਕਰੀਬਨ ਅੱਧੇ ਤੋਂ ਜ਼ਿਆਦਾ ਏਜੰਟਸ ਉਹਨਾਂ ਨਾਲ ਸਿਰਫ ਇਹੀ ਕਮਿਟ ਕਰਦੇ ਨੇ ਕਿ ਅਸੀਂ ਤੁਹਾਨੂੰ SOP ਵਗੈਰਾ ਨਹੀਂ ਦਿਖਾਵਾਂਗੇ, ਆਪਣਾ ਕੋਈ ਪ੍ਰਾਈਵੇਸੀ ਚੀਜ਼ ਨਹੀਂ। ਜਦ ਕਿ ਸਟੂਡੈਂਟ ਦਾ ਹੱਕ ਹੈ ਆਪਣੀ ਪ੍ਰੋਫਾਈਲ ਨੂੰ ਦੇਖਣ ਦਾ, ਆਪਣੀ ਪ੍ਰੋਫਾਈਲ ਨੂੰ ਰੀਡ ਕਰਨ ਦਾ, ਔਰ ਦੈਨ ਆਫਟਰ ਸਾਰਾ ਕੰਪਲੀਟ ਹੋਣ ਤੋਂ ਬਾਅਦ ਲਾਂਚ ਕਰਨ ਦਾ। ਬਟ ਜਦੋਂ ਮੈਂ ਤਕਰੀਬਨ ਜਿਸ ਕਲਾਇੰਟਸ ਨੂੰ ਮਿਲ ਰਿਹਾ ਜਾਂ ਰਿਫਿਊਜ਼ਲ ਕੇਸਿਸ ਮੇਰੇ ਕੋਲ ਆ ਰਹੇ ਨੇ, ਤਾਂ ਸਟੂਡੈਂਟਸ ਦਾ ਇਹੀ ਫਸਟਲੀ ਹੈ ਕਿ ਮੇਰੇ ਕੋਲ ਕੋਈ SOP ਨਹੀਂ ਹੈਗੀ, ਮੇਰੇ ਕੋਲ ਕੋਈ ਐਪਲੀਕੇਸ਼ਨ ਫਾਰਮ ਨਹੀਂ ਹੈਗਾ। ਸੋ ਸਟੂਡੈਂਟ ਨੂੰ ਇਹ ਵੀ ਨਹੀਂ ਪਤਾ ਜਿਹੜਾ ਕੋਰਸ ਉਹ ਲੈ ਰਿਹਾ ਉਹ ਰੈਲੀਵੈਂਸ ਹੈ ਕਿ ਨਹੀਂ ਹੈ, ਉਸ ਪ੍ਰੋਗਰਾਮ ਦਾ ਕੈਨੇਡਾ ਜਾ ਕੇ ਕੀ ਫਾਇਦਾ ਹੈ, ਇਸ ਬਾਰੇ ਬੱਚੇ ਨੂੰ ਬਿਲਕੁਲ ਵੀ ਨੌਲੇਜ ਹੈ ਨਹੀਂ, ਜਿਹਦੇ ਕਰਕੇ ਏਜੰਟ ਗਲਤੀਆਂ ਤੇ ਗਲਤੀਆਂ ਕਰੀ ਜਾ ਰਿਹਾ ਔਰ ਆਪਣੀ ਰਿਫਿਊਜ਼ਲਸ ਗ੍ਰਾਂਟ ਹੋ ਰਹੀਆਂ ਨੇ ਨਾਲ ਦੀ ਨਾਲ ਹੀ ਉਹਨਾਂ ਦੀਆਂ। ਤਾਂ ਤੁਹਾਡੇ ਕੋਲ ਕੋਈ ਐਵੇਂ ਦਾ ਕੇਸ ਆਇਆ, ਕੋਈ ਤੁਸੀਂ ਪਾਰਟਿਕੂਲਰ ਕੇਸ ਮੈਂਸ਼ਨ ਕਰਨਾ ਚਾਹੋਗੇ ਕਿ ਇੰਨੇ ਸਾਲ ਦਾ ਰਿਫਿਊਜ਼ਲ ਬੱਚਿਆਂ ਦਾ ਆਇਆ ਤੇ ਉਸ ਤੋਂ ਬਾਅਦ ਵੀ ਤੁਹਾਡੀ ਕੰਪਨੀ ਕੋਲ ਜਦੋਂ ਆਇਆ ਤੇ ਉਹਦਾ ਵਿਦਿਨ ਫਿਊ ਮੰਥਸ ਦੇ ਵਿੱਚ ਉਹਦਾ ਸਾਰਾ ਚੀਜ਼ਾਂ ਹੋ ਗਿਆ? ਬੇਸਿਕਲੀ ਕੀ ਹੈ ਨਾ ਮੈਮ, ਜਿਸ ਬੱਚੇ ਕੋਲ ਤਾਂ ਜਿਹੜਾ ਏਜੰਟ ਉਹਨਾਂ ਨੂੰ ਦੇ ਦਿੰਦਾ ਐਪਲੀਕੇਸ਼ਨ ਫਾਰਮਸ ਹੋ ਗਏ ਜਾਂ SOP ਹੋ ਗਈ, ਉਹਨੂੰ ਸਾਰਾ ਰੀਡ ਕੀਤਾ ਜਾਂਦਾ ਹੈ। ਬੇਸਿਕਲੀ ਉਹਦਾ ਐਗਜ਼ਾਮਿਨ ਕੀਤਾ ਜਾਂਦਾ ਵੀ ਕਿੱਥੇ ਕਮੀ ਰਹਿ ਚੁੱਕੀ ਹੈ। ਪਹਿਲਾਂ ਤਾਂ ਮੇਰੇ ਕੋਲ 2 ਗੱਲਾਂ ਦਾ ਸਵਾਲ ਹੋਣਾ ਬਹੁਤ ਜ਼ਰੂਰੀ ਹੈ, ਉਹਦੇ ਕੋਲ ਵੀਜ਼ਾ ਕਿਉਂ ਨਹੀਂ ਆਇਆ ਔਰ ਮੇਰੇ ਕੋਲ ਕਿਉਂ ਆਇਆ, ਮੈਂ ਕਿੱਦਾਂ ਉਹਨੂੰ ਅਪਲਾਈ ਕਰ ਸਕਦਾ, ਕਿੱਦਾਂ ਮੇਰੇ ਕੋਲ ਵੀਜ਼ਾ ਆ ਸਕਦਾ। ਸੋ ਪਹਿਲਾਂ ਤਾਂ ਸਟੂਡੈਂਟ ਨੇ ਹਰ ਇੱਕ ਪ੍ਰੋਫਾਈਲ ਡਿਸਕਸ ਕਰਕੇ, ਏਜੰਟ ਉਸ ਟਾਈਮ ਤੇ ਤੁਸੀਂ ਕੀ ਲਾਇਆ ਸੀਗਾ, ਕਿ ਹਰ ਡਿਸਕਸ ਕਰਨ ਤੋਂ ਬਾਅਦ ਫਿਰ ਉਹਨੂੰ ਨੈਕਸਟ ਸਟੈਪ ਇਹ ਦੱਸਿਆ ਜਾਂਦਾ ਕਿ ਹੁਣ ਆਪਾਂ ਵੀਜ਼ਾ ਕਿਵੇਂ ਲੈ ਸਕਦੇ ਹਾਂ। ਅਸੀਂ ਸਾਈਕੋਲੋਜੀ ਤਰੀਕੇ ਨਾਲ ਚੱਲਦੇ ਹਾਂ, ਇੱਕ ਥੋੜਾ ਪੁਆਇੰਟ ਸਿਸਟਮ ਨਾਲ ਚੱਲਦੇ ਹਾਂ ਕਿ ਆਪਾਂ ਆਹ ਚੀਜ਼ ਐਡ ਆਨ ਕਰਾਂਗੇ ਤਾਂ ਆਪਣੇ ਇੰਨੇ ਕੁ ਚਾਂਸਿਸ ਹਾਈ ਹੋ ਜਾਣਗੇ ਔਰ ਆਪਣਾ ਇੰਨੇ ਲਈ ਜ਼ਿਆਦਾ ਬੈਨੀਫਿਟ ਰਹੇਗਾ। ਬਟ ਮੈਂ ਜ਼ਿਆਦਾ ਦੇਖਿਆ ਹੋਇਆ ਵੀ ਸਟੂਡੈਂਟਸ ਵੀ ਤਕਰੀਬਨ ਇਸ ਗੱਲ ਤੋਂ ਕੇਅਰਲੈਸ ਹੁੰਦੇ ਨੇ। ਆਪਣੀ ਪ੍ਰੋਫਾਈਲ ਨੂੰ ਜੇ ਏਜੰਟ ਕੋਈ ਭੇਜ ਵੀ ਰਿਹਾ ਤਾਂ ਉਹਨੂੰ ਪ੍ਰੋਪਰ ਤਰੀਕੇ ਨਾਲ ਰੀਡ ਨਹੀਂ ਕਰਦੇ। ਸਭ ਤੋਂ ਪਹਿਲਾ ਪੁਆਇੰਟ, ਬੱਚੇ ਖੁਦ ਲਾਪਰਵਾਹੀ ਕਰਦੇ ਨੇ। ਬੱਚਿਆਂ ਦੀ ਲਾਪਰਵਾਹੀ ਦੇ ਕਰਕੇ ਉਹਨਾਂ ਦੇ ਵੀਜ਼ੇ ਨਹੀਂ ਆਉਂਦੇ ਹੈ। ਬਿਲਕੁਲ ਜੀ, ਕਿਉਂਕਿ ਬੱਚਿਆਂ ਦਾ ਭਵਿੱਖ ਮਾਂ-ਪਿਓ ਨੇ 12 ਤੋਂ 14 ਸਾਲ ਫੀਸਾਂ ਭਰੀਆਂ ਹੁੰਦੇ ਨੇ। ਫਿਰ ਇੱਕ ਆਇਲਸ ਪਲੇਟਫਾਰਮ ਇਹੋ ਜਿਹਾ ਜਿਹੜਾ ਅੱਜ ਦੀ ਡੇਟ 'ਚ ਬਹੁਤ ਔਖਾ ਹੈ ਕਰੈਕ ਕਰਨਾ। ਸਭ ਕੁਝ ਕਰਨ ਤੋਂ ਬਾਅਦ ਵੀ ਜੇ ਐਂਡ ਦੇ ਬੱਚੇ ਨੂੰ ਰਿਫਿਊਜ਼ਲ ਮਿਲ ਜਾਂਦਾ ਤਾਂ ਪੇਰੈਂਟਸ ਦਾ ਡੈਫੀਨਿਟਲੀ ਮਨ ਟੁੱਟਦਾ।
ਸੋ ਮੈਂ ਤਾਂ ਹਰੇਕ ਬੱਚੇ ਨੂੰ ਬਾਰ-ਬਾਰ ਵੀਡੀਓਜ਼ ਦੇ ਵਿੱਚ ਇਹੀ ਰਿਕੁਐਸਟ ਕਰਦਾ ਕਿ ਜਦੋਂ ਵੀ ਤੁਸੀਂ ਕਿਸੇ ਏਜੰਟ ਤੋਂ ਫਾਈਲ ਲਗਵਾ ਰਹੇ ਹੋ ਉਹਦੇ ਕੋਲ ਆਪਣੇ ਪ੍ਰੋਪਰਲੀ ਡਾਕੂਮੈਂਟਸ ਜ਼ਰੂਰ ਲਓ। ਕੀ ਲੱਗਣ ਜਾ ਰਿਹਾ ਆਪਣੇ ਏਜੰਟ ਨੂੰ ਨਿੱਕੀ ਤੋਂ ਨਿੱਕੀ ਚੀਜ਼ ਪੁੱਛੋ, ਪਲੱਸ ਤੁਸੀਂ ਗੂਗਲ ਤੇ ਜਾ ਕੇ ਆਨਲਾਈਨ ਚੈੱਕ ਜ਼ਰੂਰ ਕਰੋ ਕਿ ਜੋ ਏਜੰਟ ਮੇਰਾ ਕਹਿ ਰਿਹਾ ਉਹ ਵਾਕਈ ਸੱਚ ਹੈ ਕਿ ਇਦਾਂ ਦੀ ਚੀਜ਼ ਹੈ। ਜ਼ਿਆਦਾ ਰਿਫਿਊਜ਼ਲ ਜਿਹੜੀਆਂ ਦੇਖੀਆਂ ਜਾ ਰਹੀਆਂ ਨੇ ਉਹ ਪ੍ਰਾਈਵੇਟ ਕਾਲਜਸ ਦੀਆਂ ਨੇ ਜਿੱਥੇ ਕਿਹਾ ਜਾ ਰਿਹਾ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਸਭ ਤੋਂ ਵੱਡੀ ਚੀਜ਼ ਹੈ ਸਭ ਤੋਂ ਪਹਿਲਾਂ ਇਹ ਚੀਜ਼ ਆਪਾਂ ਅੱਜ ਨਾ ਤੋੜਨੀ ਹੈ ਲੋਕਾਂ ਦੀ ਕਿ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਇਹ ਕੀ ਨਾਮ ਹੈ ਜਿਹੜਾ ਸੈੱਟ ਕਰ ਦਿੱਤਾ ਗਿਆ ਕਿ ਨਹੀਂ ਵੀ ਸਾਰੇ ਪੈਸੇ ਜਿਹੜੇ ਵੀਜ਼ਾ ਲੱਗਣ ਤੋਂ ਬਾਅਦ, ਕਿਉਂਕਿ ਪਤਾ ਹੀ ਹੈ ਸਭ ਨੂੰ ਕਿ ਕੰਪਨੀ ਨੇ ਵੀ ਜਿਹੜਾ ਫਾਇਦਾ ਕਰਨਾ। ਬੇਸਿਕਲੀ ਇਹ ਚੀਜ਼ ਕੀ ਹੈ, ਵੀਜ਼ਾ ਲੱਗਣ ਤੋਂ ਬਾਅਦ ਮੈਂ ਸਾਰੇ ਸਰੋਤਿਆਂ ਨੂੰ ਇਹੀ ਕਹੂੰਗਾ ਵੀ ਇਹੋ ਜਿਹਾ ਕੁਝ ਵੀ ਨਹੀਂ ਹੈਗਾ। ਏਜੰਟ ਕਦੀ ਵੀ ਤੁਹਾਡੀ ਫੀਸ ਇੱਕ ਪ੍ਰਾਈਵੇਟ ਕਾਲਜ ਜਾਂ ਗਵਰਨਮੈਂਟ ਕਾਲਜ ਦੇ ਵਿੱਚ ਕਦੀ ਪੇ ਨਹੀਂ ਕਰੂਗਾ, ਕਿਉਂਕਿ ਤੁਸੀਂ ਖੁਦ ਦੇਖੋ ਵੀ ਆਪਣਾ ਇੱਕ ਰਿਸ਼ਤੇਦਾਰ ਭੈਣ ਭਰਾ 10,000 ਦੇਣ ਲੱਗੇ ਸੋਚਦਾ ਹੈ ਤੇ ਇੱਕ ਏਜੰਟ 10 ਲੱਖ ਰੁਪਈਆ ਆਪਣੇ ਅਕਾਊਂਟ ਤੋਂ ਸਟੂਡੈਂਟ ਦੀ ਫੀਸ ਕਿੱਦਾਂ ਪਾਏਗਾ। ਇਹ ਤਾਂ ਕਾਲਜਸ ਆਪਾਂ ਨੂੰ ਖੁਦ ਹੀ ਕਹਿੰਦੇ ਨੇ। ਬੇਸਿਕਲੀ ਕਈ ਪ੍ਰਾਈਵੇਟ ਕਾਲਜਸ ਇਦਾਂ ਦੇ ਨੇ ਜਿਹੜੇ ਕਿ ਫੀਸ ਰਿਸਿਪਟ ਨਾਲ ਪਲੱਸ ਆਫਰ ਲੈਟਰ ਇਸ਼ੂ ਕਰ ਦਿੰਦੇ ਔਰ ਬੱਚਿਆਂ ਨੂੰ ਗੁੰਮਰਾਹ ਕੀਤਾ ਜਾਂਦਾ ਤੁਹਾਡੇ ਜਿਹੜੇ ਪੈਸੇ ਅਸੀਂ ਵੀਜ਼ਾ ਲੱਗਣ ਤੋਂ ਬਾਅਦ ਜਾਣਗੇ, ਜਦ ਕਿ ਉਹਦੇ ਨਾਲ ਕੀ ਹੁੰਦਾ ਕਿ 2-3 ਲੱਖ ਰੁਪਏ ਐਕਸਟਰਾ ਚਾਰਜ ਕਰ ਦਿੰਦੇ ਨੇ ਸਟੂਡੈਂਟਸ ਨੂੰ ਕਿ ਤੁਸੀਂ ਅਸੀਂ ਸਾਰੇ ਪੈਸੇ ਤੁਹਾਡੇ ਆਪਣੇ ਕੋਲੋਂ ਲਾਵਾਂਗੇ। ਬਟ ਐਦਾਂ ਦਾ ਕੁਝ ਵੀ ਨਹੀਂ ਹੁੰਦਾ। ਜੇ ਤੁਹਾਡਾ ਕੋਈ ਏਜੰਟ ਪਬਲਿਕ ਕਾਲਜ ਦੇ ਵਿੱਚ ਤੁਹਾਡਾ ਪੈਕੇਜ ਕਰ ਰਿਹਾ ਤਾਂ ਜ਼ਰੂਰ ਕਰਾਓ, ਬਟ ਪ੍ਰਾਈਵੇਟ ਕਾਲਜਸ ਦੇ ਵਿੱਚ ਨਹੀਂ। ਜਦੋਂ ਤੁਹਾਨੂੰ ਕੋਈ ਏਜੰਟ ਤੁਹਾਨੂੰ ਕਹਿ ਰਿਹਾ ਹੈ ਕਿ ਅਸੀਂ ਤੁਹਾਡੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਅਸੀਂ ਲਵਾਂਗੇ, ਤੁਹਾਨੂੰ ਕੋਈ ਕਾਲਜ ਦੇ ਰਿਹਾ, ਤੁਸੀਂ ਉਸ ਕਾਲਜ ਨੂੰ ਜਾ ਕੇ ਗੂਗਲ ਤੇ ਚੈੱਕ ਕਰੋ ਪ੍ਰਾਈਵੇਟ ਹੈ ਗਵਰਨਮੈਂਟ ਹੈ, ਕੀ ਸਕਸੈਸ ਰੇਟ ਉਹਦਾ ਚੱਲ ਰਿਹਾ। ਬੇਸਿਕਲੀ ਸਟੂਡੈਂਟਸ ਨੂੰ ਇੱਥੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਸਭ ਤੋਂ ਔਖਾ ਪਤਾ ਜਦੋਂ ਸਟੂਡੈਂਟਸ ਨੂੰ ਹੁੰਦਾ ਉਹ ਹੁੰਦਾ ਜਦੋਂ ਉਹ ਫਰਾਡ ਦੇ ਵਿੱਚ ਫਸ ਜਾਂਦੇ ਨੇ, ਧੋਖੇ ਵਾਲੇ ਕੇਸਿਸ ਦੇ ਵਿੱਚ ਫਸ ਜਾਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਯਕੀਨ ਹੀ ਨਹੀਂ ਹੁੰਦਾ ਕਿਸੇ ਹੋਰ ਕੰਪਨੀ ਦੇ ਕੋਲ ਜਾ ਕੇ। ਉਹਨਾਂ ਤੋਂ ਕਿੱਦਾਂ ਬਚਣਾ ਬੱਚਿਆਂ ਨੇ? ਬੇਸਿਕਲੀ ਕੀ ਹੈ ਜੀ, ਜਦੋਂ ਨੰਬਰਸ ਆਫ ਐਪਲੀਕੇਸ਼ਨਸ ਜ਼ਿਆਦੀਆਂ ਹੁੰਦੀਆਂ ਤਾਂ ਰਿਫਿਊਜ਼ਲ ਵੀ ਉਸੇ ਏਜੰਟ ਦੀਆਂ ਹੀ ਹੁੰਦੀਆਂ ਨੇ। ਕਿਉਂਕਿ ਕੰਮ ਦਾ ਐਟਲੀਸਟ ਐਂਡ ਤੇ ਇੱਕ EMPLOYE ਹੀ ਕਰਦਾ ਹੈ। ਜਦੋਂ ਇੱਕ ਆਪਾਂ ਨੂੰ ਪ੍ਰੋਪਰਲੀ ਦੇਖਾਂਗੇ ਨਾ ਫਾਈਲ ਨੂੰ, ਜਦੋਂ ਆਪਾਂ ਇੱਕ ਏਜੰਟ ਆਪਾਂ ਉਹਦੇ ਇੰਸਟਾਗ੍ਰਾਮ ਤੇ ਪੇਜ ਤੇ ਚੈੱਕ ਕਰ ਸਕਦੇ ਹਾਂ ਰੀਸੈਂਟਲੀ ਕਿੰਨੇ ਕੁ ਵੀਜ਼ੇ ਦੇ ਰਿਹਾ, ਕਿੰਨਾ ਕੁ ਉਹਦਾ ਆਪਾਂ ਸਰਵੇ ਮਾਰਕੀਟ 'ਚੋਂ ਚੈੱਕ ਕਰਾ ਸਕਦੇ ਹਾਂ। ਬੇਸਿਕਲੀ ਕੀ ਹੈ ਨਾ, ਜਦੋਂ ਅੱਜ ਤੋਂ ਕੁਝ ਟਾਈਮ ਪਹਿਲਾਂ ਦੀ ਗੱਲ ਕਰਾਂ ਉਦੋਂ ਤਾਂ ਹਰ ਕਿਸੇ ਬੱਚੇ ਨੂੰ ਕੱਢਣਾ ਬਹੁਤ ਈਜ਼ੀ ਸੀਗਾ ਹਰ ਏਜੰਟ ਲਈ, ਪਰ ਨਾਓ ਪ੍ਰੈਜ਼ੈਂਟ ਟਾਈਮ ਸਟੱਡੀ ਚਾਹੀਦੀ ਹੈ, ਬੱਚਾ ਜੈਨੂਇਨ ਚਾਹੀਦਾ ਹੈ ਕੈਨੇਡਾ ਨੂੰ। ਅੱਗੇ ਚੱਲ ਜਾਂਦਾ ਹੁੰਦਾ ਸੀਗਾ ਵੀ ਆਪਾਂ ਬਿਨਾਂ SUP ਦੇ ਵਿੱਚ ਵੀ ਆਪਾਂ ਲਾ ਦਿੰਦੇ ਸੀ, ਬਸ ਮੋਸਟਲੀ 90% ਏਜੰਟ ਪੰਜਾਬ ਦੇ ਵਿੱਚ ਇਹੋ ਜਿਹੇ ਨੇ ਜਿਹੜੇ ਕਿ ਟੈਂਪਲੇਟ ਹੀ ਲਾ ਰਹੇ ਨੇ, ਟੋਪੀ ਪਾ ਰਹੇ ਨੇ ਬੇਸਿਕਲੀ। ਬਿਲਕੁਲ। ਜੇ ਦੇਖਿਆ ਜਾਵੇ ਤਾਂ ਮੇਰੇ ਕੋਲ ਕੁਝ ਇਹੋ ਜਿਹੇ ਕੇਸਿਸ ਇਹੋ ਜਿਹੇ ਵੀ ਆਏ ਨੇ ਵੀ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਕਿ ਐਗਰੀਕਲਚਰ ਸੀਗੇ, ਬੱਚਾ ਬਿਜ਼ਨਸ ਦਾ ਕੋਰਸ ਲੈ ਕੇ ਜਾ ਰਿਹਾ, ਕਮਰਸ ਸਟਰੀਮ ਸੀਗਾ ਤੇ ਉਹਦੀ SOP ਦੇ ਵਿੱਚ ਇਹ ਲਿਖਿਆ ਗਿਆ ਕਿ ਮੇਰੇ ਫਾਦਰ ਸਾਹਿਬ ਬਿਜ਼ਨਸ ਕਰਦੇ ਨੇ ਔਰ ਮੈਂ ਦੋਨੋਂ ਚੀਜ਼ਾਂ ਮੈਚ ਹੀ ਨਹੀਂ ਹੁੰਦੀਆਂ। ਬਿਲਕੁਲ ਜੀ, ਕੰਟਰਡਿਕਟ ਹੋ ਰਿਹਾ, ਸੋ ਰਿਫਿਊਜ਼ਲ ਲੈ ਰਿਹਾ ਬੱਚਾ। ਸਭ ਤੋਂ ਮੇਨ ਕਾਰਨ ਹੀ ਇਹ ਹੈ ਕਿ ਜਦੋਂ ਬੱਚਾ ਪਹਿਲਾ ਪੁਆਇੰਟ ਹੀ ਜਿੱਥੇ ਉਹਨੇ ਸਟਾਰਟ ਕਰਨਾ ਉਹੀ ਸਹੀ ਨਹੀਂ ਹੈ ਤਾਂ ਦੂਜਾ ਤੇ ਤੀਜਾ ਪੁਆਇੰਟ ਤਾਂ ਆਬਵੀਅਸ ਜੀ ਗੱਲ ਹੈ ਕਿ ਉਹ ਗਲਤ ਆਉਣਾ ਹੀ ਆਉਣਾ। ਤੇ ਇਹਦੇ ਨਾਲ ਮੈਂ ਗੱਲ ਕਰੂੰਗੀ, ਜੇ ਤੁਹਾਡੇ ਕੋਲ ਬੱਚਾ ਸਟੂਡੈਂਟ ਆਂਦਾ ਹੈ ਜਦੋਂ ਮੰਨ ਲਓ ਫਰੈਸ਼ ਹੈ ਬਿਲਕੁਲ ਹਨਾ, 12ਵੀਂ ਕਰਕੇ ਆਇਆ, ਇਮੀਗ੍ਰੇਸ਼ਨ ਕੰਪਨੀ ਦੀ ਗੱਲ ਕਰਾਂ ਤਾਂ ਉਹ ਕਿੱਦਾਂ ਸੌਰਟ ਕਰਦੀ ਹੈ, ਕਿਉਂਕਿ ਇੱਕੋ ਹੀ ਪਲੇਟਫਾਰਮ ਦੇ ਉੱਤੇ ਤੁਸੀਂ ਦੋਨੋਂ ਚੀਜ਼ਾਂ ਬੱਚਿਆਂ ਨੂੰ ਦੇ ਰਹੇ ਹੋ। ਬਿਲਕੁਲ ਮੈਮ, ਤੁਸੀਂ ਬਹੁਤ ਵਧੀਆ ਕੁਐਸਚਨ ਪੁੱਛਿਆ। ਬਟ ਸਾਡੇ ਲਈ ਮੈਡਮ ਕੀ ਹੈ ਕਿ ਸਾਡੀ ਟੀਮ ਹੈ, ਬਹੁਤ ਟ੍ਰੇਨ ਕੀਤਾ ਜਾਂਦਾ ਟੀਮ ਨੂੰ ਔਰ ਬੇਸਿਕਲੀ ਡੇਲੀ ਅਪਡੇਟ ਰਹਿੰਦੇ ਆ ਟੀਮ ਦੇ ਨਾਲ। ਇਸ ਬੱਚੇ ਦੀ ਕਾਉਂਸਲਿੰਗ ਹੁੰਦੀ ਹੈ, ਕਾਉਂਸਲਿੰਗ ਤੋਂ ਬਾਅਦ ਜਦੋਂ ਅਸੀਂ ਫਾਈਲ ਕਰਦੇ ਹਾਂ 3 ਤੋਂ 4 ਵਾਰੀ ਬੱਚੇ ਦੀ ਫਾਈਲ ਚੈੱਕ ਹੁੰਦੀ ਹੈ। ਰੀਚੈਕਿੰਗ ਕਰਨ ਤੋਂ ਬਾਅਦ ਉਹਦੇ ਨਾਲ ਇੱਕ ਸਾਡੇ ਦੂਸਰੇ MD ਸਰ ਸੁਖਮਨਪ੍ਰੀਤ ਸਿੰਘ ਜੋ ਕਿ IELTS ਦਾ ਕਰਦੇ ਨੇ, ਉਹਨਾਂ ਦਾ ਵੀ ਰਿਜ਼ਲਟ ਬਹੁਤ ਵਧੀਆ ਹੈ। ਸੋ ਬੇਸਿਕਲੀ ਉਹ ਜ਼ਿਆਦਾ ਉਹ ਵੀ ਸਾਹਮਣੇ ਨੇ, ਮੈਂ ਇਮੀਗ੍ਰੇਸ਼ਨ ਦਾ ਪ੍ਰੋਪਰਲੀ ਦੇਖਦਾ। ਸੋ ਜਿਸ ਤਰੀਕੇ ਦੇ ਨਾਲ ਆਪਾਂ ਡਿਸਕਸ ਕਰ ਰਹੇ ਸੀਗੇ ਕਿ ਜਦੋਂ 12ਵੀਂ ਦਾ ਸਟੂਡੈਂਟ ਇੱਕ ਤੁਹਾਡੇ ਕੋਲ ਫਰੈਸ਼ ਬਿਲਕੁਲ ਜਿਸ ਨੂੰ ਕੁਝ ਵੀ ਨਹੀਂ ਪਤਾ ਪਰ ख्वाब ਲੈ ਕੇ ਆਇਆ ਵੱਡੇ ਤੇ ਉਹਨੇ ਬਾਹਰ ਜਾਣਾ ਹੈਨਾ, ਤੇ ਉਹਨੂੰ ਕੁਝ ਵੀ ਨਹੀਂ ਪਤਾ, ਰॉ ਹੈ, ਤੇ ਕਿੱਦਾਂ ਤੁਸੀਂ ਗਾਈਡ ਕਰਦੇ ਹੋ ਉਹਨਾਂ ਨੂੰ? ਦੇਖੋ ਬੇਸਿਕਲੀ ਜਦੋਂ ਬੱਚਾ ਸਾਡੇ ਕੋਲ ਇੱਥੇ ਇੰਸਟੀਚਿਊਟ ਆਉਂਦਾ ਆ, ਪਹਿਲਾਂ ਅਸੀਂ ਉਹਨੂੰ ਇੱਕ ਲੈਵਲ ਉਹਦਾ ਦੇਖਦੇ ਹਾਂ ਕਿ ਬੱਚੇ ਦਾ ਲੈਵਲ ਕੀ ਆ, ਫਿਰ ਉਸ ਅਕੋਰਡਿੰਗ ਬੱਚੇ ਨੂੰ ਲੈਵਲ ਵਾਈਜ਼ ਸਾਡੀ ਕਲਾਸਿਸ ਬਣੀਆਂ ਹੋਈਆਂ। ਓਕੇ, ਸਾਡੀ ਬੇਸਿਕ, ਇੰਟਰਮੀਡੀਏਟ, ਫਲਾਇਰ, ਐਗਜ਼ਾਮ ਬੈਚ, ਸੋ ਉਸ ਅਕੋਰਡਿੰਗ ਬੱਚੇ ਨੂੰ ਬਿਠਾ ਦਿੰਦੇ ਹਾਂ। ਤੁਹਾਡਾ ਸਕਸੈਸ ਰੇਟ ਬਹੁਤ ਜ਼ਿਆਦਾ ਹੈ ਤੇ ਤੁਹਾਡੇ ਕੋਲ ਆਬਵੀਅਸਲੀ ਸਟੂਡੈਂਟਸ ਦੀ ਕੈਪੈਸਿਟੀ ਵੀ ਬਹੁਤ ਜ਼ਿਆਦਾ ਹੈ, ਵਾਈਡ ਹੈ, ਤਾਂ ਤੁਸੀਂ ਇੰਨੇ ਸਾਰੇ ਸਟੂਡੈਂਟਸ ਨੂੰ ਇਕੱਠੇ ਕਿੱਦਾਂ ਗਾਈਡ ਕਰ ਪਾਉਂਦੇ ਹੋ? ਕਿਉਂਕਿ ਔਖਾ ਹੋ ਜਾਂਦਾ ਜਦੋਂ ਇੰਨੇ ਸਾਰੇ ਸਟੂਡੈਂਟਸ ਨੇ, ਆਬਵੀਅਸ ਜੀ ਗੱਲ ਆ, ਤੇ ਉਹਨਾਂ ਤੇ ਫੋਕਸ ਕਰਨਾ, ਇੱਕ ਸਟੂਡੈਂਟ ਦੇ ਉੱਤੇ ਫੋਕਸ ਕਰਨਾ, ਉਹ ਕਿਸ ਤਰੀਕੇ ਨਾਲ ਕਰਦੇ ਹੋ? ਦੇਖੋ ਜੀ ਬੇਸਿਕਲੀ ਪਤਾ ਕੀ ਹੈ ਜੀ, ਹਰ ਇੱਕ ਚੀਜ਼ ਚੱਲਦੀ ਇੱਕ ਸਿਸਟਮ ਦੇ ਨਾਲ, ਹਨਾ। ਬੇਸਿਕਲੀ ਮੇਰੀ ਕਲਾਸਿਸ ਦੇ ਵਿੱਚ ਇੱਕ ਨਾ ਪ੍ਰੋਪਰ ਸਿਲੇਬਸ ਬਣਿਆ ਆ
ਕਿ ਇਸ ਕਲਾਸ ਦੇ ਵਿੱਚ ਇੰਨੀ ਕੁ ਚੀਜ਼ ਬੱਚੇ ਨੂੰ ਕਰਾਈ ਜਾਊਗੀ, ਇਸ ਕਲਾਸ ਦੇ ਵਿੱਚ ਇੰਨੀ ਕੁ ਚੀਜ਼ ਕਰਾਈ ਜਾਊਗੀ। ਜਦੋਂ ਬੱਚੇ ਦਾ ਲੈਵਲ ਵਧੀਆ ਹੋ ਜਾਂਦਾ ਹੈ, ਬੱਚੇ ਨੂੰ ਨੈਕਸਟ ਕਲਾਸ ਦੇ ਵਿੱਚ ਸ਼ਿਫਟ ਕਰ ਦਿੰਦੇ ਆ। ਐਂਡ ਦਾ ਮੇਨ ਥਿੰਗ ਸਾਡੇ ਇੰਸਟੀਚਿਊਟ ਦੇ ਵਿੱਚ ਡਿਸਪਲਿਨ ਬਹੁਤ ਆ ਕਿ ਬੱਚੇ ਨੂੰ ਕੋਈ ਵੀ ਸਰਾਊਂਡਿੰਗ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਮਿਲੂਗੀ, ਉਹਨੂੰ ਪ੍ਰੋਪਰ এনवायरमेंट ਮਿਲੂਗਾ ਪੜ੍ਹਨ ਦੇ ਵਿੱਚ, ਜਿਹਦੇ ਨਾਲ ਬੱਚੇ ਦਾ ਪ੍ਰੋਪਰ ਕੰਸੈਂਟਰੇਟ ਕਰਦਾ, ਬੱਚਾ ਵਧੀਆ ਸਟੱਡੀ ਕਰਦਾ। ਤੇ ਜਦੋਂ ਤੁਸੀਂ ਬੱਚਾ ਤੁਹਾਡੇ ਕੋਲ ਆ ਗਿਆ ਹਨਾ ਤੇ ਸਟੂਡੈਂਟਸ ਦੇ ਰੂਪ ਦੇ ਵਿੱਚ ਉਹਨੇ ਮੰਨ ਲਓ ਕਿ ਉਹਨੇ ਆਇਲਸ ਕਲੀਅਰ ਕਰ ਲਿਆ, ਦੈਨ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਕਿੱਦਾਂ ਗਾਈਡ ਕਰਦੇ ਹੋ? ਬੇਸਿਕਲੀ ਜਦੋਂ ਬੱਚਾ ਆਇਲਸ ਕਲੀਅਰ ਕਰ ਲੈਂਦਾ, ਅਸੀਂ ਇੱਥੇ ਹੀ ਇਮੀਗ੍ਰੇਸ਼ਨ ਸਾਡਾ ਹੈਗਾ ਆ ਹਨਾ। ਬੱਚੇ ਨੂੰ ਮੋਸਟਲੀ ਬੱਚਿਆਂ ਦੀ ਪ੍ਰੈਫਰੈਂਸ ਹੁੰਦੀ ਕੈਨੇਡਾ ਹਨਾ। ਸੋ ਕੈਨੇਡਾ ਦੇ ਵਿੱਚ ਬੱਚੇ ਨੂੰ ਬਹੁਤ ਸਾਰੀਆਂ ਆਪਸ਼ਨਸ ਦੇ ਦਿੰਦੇ ਆ ਐਂਡ ਬੱਚਿਆਂ ਨੂੰ ਕਿਤੇ ਨਾ ਕਿਤੇ ਉਹਨਾਂ ਦੇ ਸੁਟੇਬਲ ਜੋ ਉਹਨਾਂ ਦੇ ਜਿੱਥੇ ਰਿਲੇਟਿਵਸ ਹੈਗੇ ਉਹੀ ਆਪਸ਼ਨਸ ਦਿੰਦੇ ਆ। ਕੋਈ ਆਪਦੇ ਵੱਲੋਂ ਨਹੀਂ ਹੈਗਾ ਕਿ ਤੁਸੀਂ ਪਾਰਟਿਕੂਲਰ ਇਹੀ ਕਾਲਜ ਜਾਣਾ, ਇਹੀ ਯੂਨੀਵਰਸਿਟੀ 'ਚ ਜਾਣਾ। ਓਕੇ। ਤੇ ਤੁਹਾਡੀ ਟੀਮ ਕਿਸ ਤਰੀਕੇ ਦੇ ਨਾਲ ਵਰਕ ਕਰਦੀ ਹੈ ਉਰੇ? ਐਕਚੁਅਲੀ ਮੇਰੀ ਟੀਮ ਦੇ ਵਿੱਚ ਬੇਸਿਕਲੀ ਬਹੁਤ ਵਧੀਆ ਤਰੀਕੇ ਨਾਲ ਅਸੀਂ ਡੀਲ ਕਰਦੇ ਬੱਚਿਆਂ ਨਾਲ। ਸਪੈਸ਼ਲੀ ਮੈਂ ਇੱਕ ਚੀਜ਼ ਦੇਖੀ ਆ ਕਿ ਤੁਸੀਂ ਟੀਚਰ ਉਦੋਂ ਹੀ ਘਲਾਉਂਦੇ ਹੋ ਜਦੋਂ ਤੁਹਾਨੂੰ ਇੱਕ ਬੱਚੇ ਦੀ ਵੀਕ ਜ਼ੋਨ ਤੇ ਸਟਰੋਂਗ ਜ਼ੋਨ ਬਾਰੇ ਪਤਾ ਹੋਵੇ। ਠੀਕ ਹੈ। ਸੋ ਬੇਸਿਕਲੀ ਅਸੀਂ ਉਹੀ ਚੀਜ਼ ਹੈ, ਫਸਟ ਆਫ ਆਲ ਅਸੀਂ ਬੱਚੇ ਦੀਆਂ ਵੀਕ ਜ਼ੋਨ ਫਾਈਂਡ ਆਊਟ ਕਰਦੇ ਹਾਂ ਕਿ ਬੱਚਾ ਕਿਹੜੇ ਮੋਡਿਊਲ ਦੇ ਵਿੱਚ ਕਿਹੜੀ ਚੀਜ਼ 'ਚ ਵੀਕ ਆ ਤੇ ਕਿਹੜੀ ਵਿੱਚ ਸਟਰੋਂਗ ਆ। ਸੋ ਜਿਹੜੀ ਸਟਰੋਂਗ ਚੀਜ਼ ਨੂੰ ਅਸੀਂ ਉਵੇਂ ਹੀ ਰੱਖਦੇ, ਜਿਹੜੇ ਵੀਕ ਜ਼ੋਨ ਤੇ ਸਪੈਸ਼ਲੀ ਅਸੀਂ ਧਿਆਨ ਦਿੰਦੇ ਆ। ਐਂਡ ਮੇਰੀ ਕਲਾਸ ਆ ਜਿਵੇਂ ਫੋਰ ਐਗਜ਼ਾਮਪਲ ਸਾਡੀ ਇੰਟਰਮੀਡੀਏਟ 1 ਆ। ਇੰਟਰਮੀਡੀਏਟ 1 ਦੇ ਵਿੱਚ ਬੇਸਿਕਲੀ ਮੈਂ ਰੀਡਿੰਗ ਦਾ ਹੀ ਮੇਨ ਫੋਕਸ ਹੁੰਦਾ। ਉਸ ਕਲਾਸ 'ਚ ਕੀ ਹੁੰਦਾ ਕਿ ਇੱਕ ਵੀਕ ਦੇ ਵਿੱਚ ਇੱਕ ਡੇ ਦੇ ਵਿੱਚ ਸਿਰਫ ਇੱਕ ਸਿੰਗਲ ਟਾਈਪ ਕੁਐਸਚਨ ਹੁੰਦੀ ਹੈ, ਜਿਸ 'ਚ ਬੱਚਾ ਹਰ ਇੱਕ ਆਪਦੇ ਪਹਿਲਾਂ ਵੀਕ ਜ਼ੋਨ ਨੂੰ ਫਾਈਂਡ ਆਊਟ ਕਰਦਾ, ਫਿਰ ਬੱਚਾ ਉਹਦੇ ਤੇ ਵਰਕ ਕਰਦਾ ਐਂਡ ਦੈਨ ਬਾਈਨਲੀ ਜਦੋਂ ਬੱਚੇ ਦੀ ਇੰਪਰੂਵਮੈਂਟ ਆ ਜਾਂਦੀ, ਬੱਚੇ ਦੇ ਬੈਂਡ ਸਕੋਰ ਆਟੋਮੈਟਿਕਲੀ ਆ ਜਾਂਦੇ ਆ ਪੇਪਰ ਦੇ ਵਿੱਚ। ਤੇ ਕਦੇ ਇਦਾਂ ਹੋਇਆ ਬੱਚੇ ਦੇ ਆਇਲਸ ਜਦੋਂ ਤੁਸੀਂ ਵੀ ਮੌਕ ਟੈਸਟ ਵਗੈਰਾ ਲੈ ਰਹੇ ਹੋ ਤੇ ਉੱਥੇ ਪਰਫਾਰਮ ਅੱਛਾ ਕਰ ਗਿਆ ਤੇ ਜਦੋਂ ਮੇਨ ਟੈਸਟ ਆਇਆ ਉੱਥੇ ਬੱਚਾ ਨਰਵਸ ਹੋ ਜਾਂਦਾ ਹੈ? ਦੇਖੋ ਇਹਦੇ ਵਿੱਚ ਤੁਹਾਨੂੰ ਦੱਸਦਾ ਨੇ ਮੇਨ ਕਾਰਨ, ਤੁਸੀਂ ਇੱਕ ਬਹੁਤ ਵਧੀਆ ਕੁਐਸਚਨ ਪੁੱਛਿਆ। ਅੱਜ ਦੀ ਡੇਟ 'ਚ ਮੋਸਟ ਆਫ ਦਾ ਬੱਚਿਆਂ ਨਾਲ ਇਹੀ ਕੁਝ ਹੋ ਰਿਹਾ ਕਿ ਬੱਚਾ ਇੰਸਟੀਚਿਊਟ 'ਚ ਵਧੀਆ ਕਰ ਰਿਹਾ ਬਟ ਪੇਪਰ ਦੇ ਵਿੱਚ ਉਹੀ ਬੱਚੇ ਦੇ 5.5 ਬੈਂਡ ਸਕੋਰ ਆਏ। ਉਹਦਾ ਵਿੱਚ ਮੇਨ ਕਾਰਨ ਹੈ ਕਿ ਬੱਚਾ ਉੱਥੇ ਜਾ ਕੇ ਨਰਵਸ ਹੋ ਜਾਂਦਾ, ਬੱਚੇ ਦਾ ਮਾਈਂਡ ਖੜ ਜਾਂਦਾ ਉੱਥੇ ਜਾ ਕੇ। ਉਸ ਚੀਜ਼ 'ਚ ਕਿ ਲੈ ਕੇ ਕੀ ਹੈ ਕਿ ਮੇਰੀ ਕਲਾਸਿਸ ਦੇ ਵਿੱਚ ਨਾ ਸਪੈਸ਼ਲੀ ਅਸੀਂ ਨਾ ਕੌਨਫੀਡੈਂਸ ਕਲਾਸਿਸ ਰੱਖਦੇ ਬੱਚੇ ਦਾ, ਕਿ ਜਦੋਂ ਬੱਚੇ ਦਾ ਕੌਨਫੀਡੈਂਸ ਬੂਸਟ ਕਰਦੇ ਆ ਐਂਡ ਉਹਦੇ ਵਿੱਚ ਕੀ ਹੁੰਦਾ ਜਦੋਂ ਬੱਚੇ ਦਾ ਕੌਨਫੀਡੈਂਸ ਬੂਸਟ ਹੁੰਦਾ ਆ, ਬੱਚੇ ਨੂੰ ਕਿਸ ਤਰ੍ਹਾਂ ਕੋਈ ਦਿੱਕਤ ਨਹੀਂ, ਬੱਚਾ ਇੱਕ ਆਮ ਤਰੀਕੇ ਨਾਲ ਇੱਕ ਪੇਪਰ ਦਿੰਦਾ। ਐਂਡ ਪਲੱਸ ਸਾਡਾ ਇੱਕ ਐਗਜ਼ਾਮ ਬੈਚ ਹੁੰਦਾ। ਐਗਜ਼ਾਮ ਬੈਚ 'ਚ ਕੀ ਹੁੰਦਾ ਕਿ ਬੱਚੇ ਨੂੰ ਉਹ ਪੇਪਰ ਵਾਲਾ ਮਾਹੌਲ ਹੀ ਦਿੱਤਾ ਜਾਂਦਾ ਕਿ ਜਦੋਂ ਬੱਚੇ ਨੇ ਦੇਣਾ ਹੈ ਪੇਪਰ ਤੋਂ 20 ਦਿਨ ਪਹਿਲਾਂ ਉਸ ਬੱਚੇ ਨੂੰ ਉਸ ਕਲਾਸ 'ਚ ਸ਼ਿਫਟ ਕਰ ਦਿੰਦੇ ਆ। ਉਹ ਸ਼ਿਫਟ ਕਰਨਾ ਕਿ ਬੱਚੇ ਨੂੰ ਉਹੀ ਸਰਾਊਂਡਿੰਗ ਮਿਲਦੀ, ਉਹੀ এনवायरमेंट ਮਿਲਦਾ ਜੋ ਪੇਪਰ 'ਚ ਮਿਲਦਾ, ਜਿਹਦੇ ਵਿੱਚ ਪੇਪਰ ਨੂੰ ਬੱਚੇ ਨੂੰ ਕੋਈ ਵੀ ਦਿੱਕਤ ਨਹੀਂ ਆਉਂਦੀ ਤੇ ਬੱਚੇ ਦੇ ਬੈਂਡ ਸਕੋਰ ਆ ਜਾਂਦੇ। ਕਿੱਦਾਂ ਬੈਚਸ ਤੁਸੀਂ ਲਗਾਉਂਦੇ ਹੋ? ਬੇਸਿਕਲੀ ਸਾਡਾ ਫਸਟ ਬੈਚ ਹੈਗਾ ਸਾਡਾ ਬੇਸਿਕ ਤੋਂ ਬਾਅਦ ਬੱਚਾ ਸਾਡੇ ਕੋਲ ਆ ਜਾਂਦਾ ਆ ਇੰਟਰਮੀਡੀਏਟ ਦੇ ਵਿੱਚ। ਇੰਟਰਮੀਡੀਏਟ ਤੋਂ ਬਾਅਦ ਬੱਚਾ ਸਾਡੇ ਕੋਲ ਆ ਜਾਂਦਾ ਜੀ ਆਪਣੇ ਫਲਾਇਰ ਬੈਚ ਦੇ ਵਿੱਚ ਐਂਡ ਦੈਨ ਬੱਚਾ ਲਾਸਟ ਆ ਜਾਂਦਾ ਜੀ ਐਗਜ਼ਾਮ ਬੈਚ ਦੇ ਵਿੱਚ। ਓਕੇ, ਤਾਂ ਇਹ ਸਾਰੀ ਬੈਚਸ ਨੇ ਜੋ ਪਰਫਾਰਮ ਕਰਦੇ ਤੇ ਉਸ ਤੋਂ ਬਾਅਦ ਬੱਚੇ ਇਹਨਾਂ ਪੜਾਵਾਂ ਚੋਂ ਨਿਕਲਦੇ ਨੇ। ਬਿਲਕੁਲ ਜੀ ਬਿਲਕੁਲ। ਜਦੋਂ ਇਹ ਪੂਰਾ ਕੰਪਲੀਟ ਹੋ ਗਿਆ ਪ੍ਰੋਸੈਸ, ਬੱਚੇ ਦੇ ਬੈਂਡ ਆ ਗਏ, ਮੰਨ ਲਓ ਕਿ ਇੱਕ ਸਟੂਡੈਂਟ ਜਿਨ੍ਹਾਂ ਦਾ ਦੋਨਾਂ ਦਾ ਆਪਸ ਦੇ ਵਿੱਚ ਹੁੰਦਾ ਹੈ ਕਿਉਂਕਿ ਇੱਥੇ ਜਦੋਂ ਸਟੂਡੈਂਟਸ ਪੜ੍ਹ ਰਹੇ ਨੇ ਤਾਂ ਆਪਸ ਦੇ ਵਿੱਚ ਅੱਛਾ ਬੌਂਡ ਬਣ ਜਾਂਦਾ ਹੈ। ਬਿਲਕੁਲ ਦੋਨਾਂ ਨੇ ਸੇਮ ਤਰੀਕੇ ਦੇ ਨਾਲ ਜਿਹੜੀ ਹੈ ਮਿਹਨਤ ਕੀਤੀ, ਬਿਲਕੁਲ ਇੱਕ ਦੇ ਬੈਂਡ ਜ਼ਿਆਦਾ ਆ ਗਏ, ਇੱਕ ਦੇ ਘੱਟ ਆ ਗਏ। ਓਕੇ ਜੀ। ਉਹ ਕਿੱਦਾਂ ਫਿਰ ਡੀਲ ਕਰਦੇ ਹੋ ਤੁਸੀਂ ਉਹਨੂੰ? ਉਸ ਚੀਜ਼ 'ਚ ਹੈ ਕਿ ਦੇਖੋ ਬੱਚੇ ਦੀ ਪਹਿਲੀ ਗੱਲ ਤਾਂ ਬੈਂਡ ਸਕੋਰ ਹੋਣੇ, ਬੱਚਾ ਇਸ ਟੋਟਲੀ ਬੈਂਡ ਬੱਚੇ ਦਾ ਹਾਰਡ ਵਰਕ। ਠੀਕ ਹੈ ਜੀ, ਬੱਚੇ ਦੇ ਹਾਰਡ ਵਰਕ ਕਰਦਾ ਐਂਡ ਕਿਤੇ ਨਾ ਕਿਤੇ ਬੱਚੇ ਦਾ ਲੱਕ ਵੀ ਕੰਮ ਕਰਦਾ। ਠੀਕ ਹੈ ਜੀ। ਬਾਕੀ ਰਹੀ ਗੱਲ, ਸਾਰਿਆਂ ਨੂੰ ਇੱਕੋ ਜਿਹਾ ਐਟਮੋਸਫੀਅਰ ਦਿੰਦੇ ਆ, ਇੱਕੋ ਜਿਹਾ ਮਟੀਰੀਅਲ ਦਿੰਦੇ ਆ, ਇੱਕੋ ਜਿਹਾ ਟੀਚਿੰਗ ਪ੍ਰੋਵਾਈਡ ਕਰਦੇ ਆ, ਕੋਈ ਕਿਸੇ ਨਾਲ ਕੋਈ ਪਾਰਸ਼ੈਲਿਟੀ ਨਹੀਂ ਹੁੰਦੀ। ਬਾਕੀ ਕੰਪਨੀਆਂ ਦੇ ਨਾਲ ਜੇ ਮੈਂ ਤੁਹਾਡੀ ਕੰਪਨੀ ਨੂੰ ਕੰਪੇਅਰ ਕਰਾਂ ਮਾਰਕੀਟ ਦੇ ਤਰੀਕੇ ਦੇ ਨਾਲ, ਕਿਉਂਕਿ ਆਪਾਂ ਇੱਕ ਵਾਰੀ ਮਾਰਕੀਟ ਨੂੰ ਵੀ ਦੇਖਣਾ ਹੁੰਦਾ ਹੈ, ਬਿਲਕੁਲ ਜੀ, ਤਾਂ ਤੁਹਾਡੀ ਕੰਪਨੀ ਦਾ ਸਕਸੈਸ ਰੇਟ ਜਿਹੜਾ ਹੈ ਉਹ ਜ਼ਿਆਦਾ ਹੈ, ਕਿੱਦਾਂ ਪੋਸੀਬਲ ਹੋਇਆ ਇਹ? ਦੇਖੋ ਜੀ, ਮੈਂ ਜੇ ਗੱਲ ਕਰਾਂ ਹਰ ਇੱਕ ਇੰਸਟੀਚਿਊਟ ਆਪਦਾ ਬੈਸਟ ਦੇ ਰਿਹਾ ਅੱਜ ਦੀ ਡੇਟ 'ਚ, ਪਰ ਜਦੋਂ ਇੱਕ ਬੱਚਾ ਦੂਜੇ ਸੈਂਟਰ ਤੋਂ ਨਿਰਾਸ਼ ਹੋ ਕੇ ਸਾਡੇ ਕੋਲ ਆਉਂਦਾ ਹੈ ਹਨਾ, ਜਦੋਂ ਬੱਚੇ ਨਾਲ ਮੈਂ ਥੋੜਾ ਇੰਟਰੈਕਟ ਕਰਦਾ, ਬੱਚੇ ਨਾਲ ਗੱਲਬਾਤ ਕਰਦਾ ਹਨਾ, ਈਵਨ ਉਹ ਬੱਚੇ ਨੂੰ ਉਹਦੇ ਬੇਸਿਕਸ ਨਹੀਂ ਕਲੀਅਰ ਹੁੰਦੇ ਬਿਕੋਜ਼ ਜਿਹੜਾ ਆਇਲਸ ਆ ਇੱਕ ਜਸਟ ਇੱਕ ਨਾਰਮਲ ਇੰਗਲਿਸ਼ ਟੈਸਟ ਆ, ਇਹ 'ਚ ਕੋਈ ਰੌਕਟ ਸਾਇੰਸ ਨਹੀਂ ਆ, ਇੱਕ ਜਸਟ ਇੱਕ ਬੇਸਿਕ ਪੈਰਾਮੀਟਰਸ ਬੱਚੇ ਦੇ ਕਲੀਅਰ ਹੋਣ, ਬੱਚਾ ਆਰਾਮ ਨਾਲ ਕਲੀਅਰ ਕਰ ਦਿੰਦਾ। ਬਟ ਜਦੋਂ ਮੈਂ ਦੇਖਦਾ ਕਿ ਉਹਨੂੰ ਇਹੀ ਚੀਜ਼ ਨਹੀਂ ਕਰਾਈ ਜਾਂਦੀ, ਬੱਚਾ ਕਿਵੇਂ ਕਲੀਅਰ ਕਰ ਲੂਗਾ? ਐਂਡ ਦੂਸਰੀ ਚੀਜ਼ ਕਿ ਸਾਡੇ ਜਿਹੜੇ ਮੈਥਡਸ ਹੁੰਦੇ ਆ ਉਹਦੇ ਪਿੱਛੇ ਇੱਕ ਸਪੈਸੀਫਿਕ ਰੀਜ਼ਨ ਹੁੰਦਾ ਕਿ ਬੱਚਾ ਉਹ ਚੀਜ਼ ਕਿਉਂ ਆਪਟ ਕਰੇ ਐਂਡ ਉਹ ਚੀਜ਼ 100% ਬੱਚੇ ਨੂੰ ਸ਼ੋਰਟੀ ਦਾ ਬੱਚੇ ਦੇ ਬੈਂਡ ਸਕੋਰ ਹੁੰਦੇ ਆ। ਐਂਡ ਮੈਂ ਤੁਹਾਨੂੰ ਦੱਸਦਾ ਕਿ ਮੇਰੇ ਬਹੁਤ ਸਾਰੇ ਸਟੂਡੈਂਟਸ ਆ, ਜ਼ਿਆਦਾਤਰ ਬੱਚੇ ਦਾ ਮੇਨ ਦਿੱਕਤ ਹੈਗੀ ਰੀਡਿੰਗ ਦੇ ਵਿੱਚ। ਉਹ ਰੀਡਿੰਗ ਇੰਨਾ ਹੁਆ ਬਣਾਇਆ ਕਿ ਸਾਡੇ ਤੋਂ ਰੀਡਿੰਗ ਨਹੀਂ ਹੋਣੀ। ਬਟ ਮੈਂ ਤੁਹਾਡੇ ਅੱਜ ਕੈਮਰੇ ਦੇ ਸਾਹਮਣੇ ਕਹਿ ਰਿਹਾ ਕਿ ਜਿਹੜਾ ਬੱਚਾ ਸਾਡੇ ਕੋਲ ਇੱਥੇ ਆ ਕੇ ਕਹਿੰਦਾ ਸਾਡੇ ਕੋਲ ਰੀਡਿੰਗ ਨਹੀਂ ਹੋ ਰਹੀ,
ਹਨਾ ਇੱਥੇ ਸਾਡੇ ਕੋਲ ਇੱਥੇ ਆਵੇ ਅਸੀਂ 100% ਮੈਂ ਸ਼ੋਰਟੀ ਦਿੰਦਾ ਕਿ ਬੱਚੇ ਦੇ 100% ਰੀਡਿੰਗ ਮੋਡਿਊਲ ਚ ਬੈਂਡ ਸਕੋਰ ਹੋਣਗੇ 100% ਤੁਸੀਂ ਗਾਰੰਟੀ ਦਿੰਦੇ ਹੋ ਜੋ ਕਿਸੇ ਹੋਰ ਕੰਪਨੀ ਤੋਂ ਹਤਾਸ਼ ਹੋ ਕੇ ਆਇਆ ਹੈ ਪਰ ਤੁਹਾਡੇ ਕੋਲ ਆਂਦਾ ਇਸ ਉਮੀਦ ਦੇ ਨਾਲ ਤੇ ਤੁਸੀਂ 100% ਗਾਰੰਟੀ ਦਿੰਦੇ ਹੋ ਇਸ ਚੀਜ਼ ਬਿਲਕੁਲ ਬਿਲਕੁਲ ਜੀ 100% ਐਂਡ ਤੁਹਾਨੂੰ ਮੈਂ ਇਹਦੀ ਬਹੁਤ ਐਗਜ਼ਾਮਪਲ ਦੇ ਸਕਦਾ ਈਵਨ ਤੁਸੀਂ ਸਾਡੇ ਜਿਹੜਾ ਇਮੀਗ੍ਰੇਸ਼ਨ ਸਾਡਾ ਪੇਜ ਹੈਗਾ ਇੰਸਟਾਗ੍ਰਾਮ ਤੇ ਜਾ ਕੇ ਉਹ ਸਰ ਸਾਡੀ ਬਹੁਤ ਸਾਰੀ ਐਗਜ਼ਾਮਪਲ ਤੁਸੀਂ ਦੇਖ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਨਵਪ੍ਰੀਤ ਮੈਂ ਬੇਸਿਕਲੀ ਜਗਰਾਓਂ ਤੋਂ ਬਿਲੋਂਗ ਕਰਦਾ ਤੇ ਅੱਜ ਮੈਂ ਬਹੁਤ ਖੁਸ਼ ਹਾਂ ਕਿਉਂਕਿ ਮੇਰਾ ਕੈਨੇਡਾ ਦਾ ਸਟੱਡੀ ਵੀਜ਼ਾ ਅਪਰੂਵ ਹੋ ਕੇ ਆ ਚੁੱਕਿਆ ਹੈ ਤੇ ਮੇਰੀ ਇਸ ਖੁਸ਼ੀ ਦੇ ਪਿੱਛੇ ਰਾਜ ਹੈ ਗੁਰੂ ਕਿਰਪਾ ਇਮੀਗ੍ਰੇਸ਼ਨ ਕਿਉਂਕਿ ਇਹਨਾਂ ਦੇ ਕਰਕੇ ਮੈਂ ਇੰਨੀ ਛੇਤੀ ਆਪਦਾ ਕੈਨੇਡਾ ਦਾ ਸਟੱਡੀ ਵੀਜ਼ਾ ਹਾਸਿਲ ਕੀਤਾ ਹੈ ਕਿਉਂਕਿ ਮੇਰੀ ਫਾਈਲ ਬਹੁਤ ਰਿਸਕੀ ਸੀ ਤੇ ਇਸ ਦੇ ਪਿੱਛੇ ਕਾਰਨ ਇਹ ਸੀ ਕਿ ਮੇਰਾ 4 ਸਾਲ ਦਾ ਸਟੱਡੀ ਗੈਪ ਸੀਗਾ ਜੋ ਕਿ ਬਹੁਤ ਰਿਸਕੀ ਫਾਈਲ ਸੀ ਪਰ ਜਦੋਂ ਮੈਂ ਸੁਖਮਨ ਸਰ ਤੇ ਜਰਮਨ ਸਰ ਦੇ ਨਾਲ ਮੀਟਿੰਗ ਕੀਤੀ ਉਹਨਾਂ ਨੇ ਮੈਨੂੰ ਬਹੁਤ ਸਾਰੀ ਗਾਈਡੈਂਸ ਦਿੱਤੀ ਤੇ ਮੈਂ ਦੱਸ ਦੇਵਾਂ ਕਿ ਮੈਂ ਆਪਦੇ ਆਇਲਸ ਦੇ ਬੈਂਡ ਵੀ ਇੱਥੋਂ ਹੀ ਹਾਸਿਲ ਕੀਤੇ ਸੀ ਤੇ ਮੈਂ ਆਪਦਾ ਫਾਈਲਿੰਗ ਪ੍ਰੋਸੈਸ ਵੀ ਇਹਨਾਂ ਤੋਂ ਹੀ ਚਲਵਾਇਆ ਤੇ ਅੱਜ ਫਾਈਨਲੀ ਮੈਂ ਆਪਦਾ ਸਟੱਡੀ ਵੀਜ਼ਾ ਹਾਸਿਲ ਕਰ ਲਿਆ ਹੈ ਸੋ ਮੈਂ ਸਾਰਿਆਂ ਨੂੰ ਰਿਕਮੈਂਡ ਕਰਦਾ ਕਿ ਗੁਰੂ ਕਿਰਪਾ ਇਮੀਗ੍ਰੇਸ਼ਨ ਦੇ ਨਾਲ ਕੰਟੈਕਟ ਕਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਜਨਪ੍ਰੀਤ ਸਿੰਘ ਹੈ ਮੈਂ ਬਲਟੋਏ ਪਿੰਡ ਤੋਂ ਬਿਲੋਂਗ ਕਰਦਾ ਹਾਂ ਤੇ 6 ਮੰਥ ਪਹਿਲਾਂ ਮੈਂ ਆਪਣਾ ਆਇਲਸ ਟੈਸਟ 'ਚ ਅਪੀਅਰ ਹੋਇਆ ਹਾਂ ਜਿਸ ਵਿੱਚ ਮੇਰੇ 6.5 ਬੈਂਡ ਆਏ ਸੀ ਤੇ ਹੁਣ ਇਹ ਸਭ ਤੋਂ ਵੱਡੀ ਪ੍ਰੋਬਲਮ ਇਹ ਸੀ ਕਿ ਮੈਨੂੰ ਕੋਈ ਵਧੀਆ ਕੰਸਲਟੈਂਟ ਨਹੀਂ ਲੱਭ ਰਿਹਾ ਸੀ ਫॉर ਮਾਈ ਵੀਜ਼ਾ ਤੇ ਸੋ ਮੇਰਾ ਫਰੈਂਡ ਹੀ ਹਰਮਨਪ੍ਰੀਤ ਸਿੰਘ ਉਸਨੇ ਮੈਨੂੰ ਰਿਕਮੈਂਡ ਕੀਤਾ ਗੁਰਕਿਰਪਾ ਇਮੀਗ੍ਰੇਸ਼ਨ ਸੋ ਮੈਂ ਇੱਥੇ ਅਪੀਅਰ ਹੋਇਆ ਤੇ ਇਹਨਾਂ ਨੇ ਬਹੁਤ ਵਧੀਆ ਡੀਲ ਕੀਤਾ ਤੇ ਇਹਨਾਂ ਸਟਾਫ ਬਹੁਤ ਸਪੋਰਟਿਵ ਸੀ ਐਂਡ ਨਾਲੇ ਉਹਨਾਂ ਨੇ ਮੈਨੂੰ ਮੇਰੀ ਆਫਰ ਲੈਟਰ ਤੇ ਹਰ ਇੱਕ ਚੀਜ਼ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਤੇ ਐਂਡ ਹੋਪਫੁਲੀ ਇਹ ਕੁਝ ਸਮੇਂ ਪਹਿਲਾਂ ਮੈਂ ਆਪਦਾ ਮੈਨੂੰ ਮੇਰਾ ਵੀਜ਼ਾ ਮਿਲ ਗਿਆ ਤੇ ਨਾਓ ਆਈ ਐਮ ਕੁਆਇਟ ਹੈਪੀ ਤੇ ਅੱਜ ਮੈਂ ਵੀਜ਼ਾ ਰਿਸੀਵ ਕਰਨ ਆਇਆ ਮੈਂ ਪਹਿਲਾਂ ਆਪਣੀ ਆਇਲਸ ਵੀ ਗੁਰੂ ਕਿਰਪਾ ਇੰਸਟੀਚਿਊਟ ਤੋਂ ਕੰਪਲੀਟ ਕੀਤੀ ਸੀਗੀ ਸਟਾਰਟਿੰਗ ਦੇ ਵਿੱਚ ਮੈਨੂੰ ਬਹੁਤ ਡੀਮੋਟੀਵੇਟ ਫੀਲ ਹੁੰਦਾ ਸੀ ਬਟ ਫਿਰ ਮੈਨੂੰ ਸੁਖਮਨ ਸਰ ਐਂਡ ਜਰਮਨ ਸਰ ਨੇ ਪ੍ਰੋਪਰ ਗਾਈਡਲਾਈਨਸ ਦਿੱਤੀਆਂ ਐਂਡ ਉਸ ਤੋਂ ਬਾਅਦ ਮੈਂ ਆਪਣੀ ਆਇਲਸ ਕੰਪਲੀਟ ਕਰਨ ਤੋਂ ਬਾਅਦ ਮੈਂ ਆਪਣਾ ਵੀਜ਼ਾ ਵੀ ਗੁਰੂ ਕਿਰਪਾ ਇਮੀਗ੍ਰੇਸ਼ਨ ਤੋਂ ਅਪਲਾਈ ਕੀਤਾ ਐਂਡ ਉਸ ਟਾਈਮ ਵੀ ਮੈਨੂੰ ਜਰਮਨ ਸਰ ਨੇ ਪ੍ਰੋਪਰ ਗਾਈਡਲਾਈਨਸ ਦਿੱਤੀਆਂ ਐਂਡ ਪ੍ਰੋਪਰ ਮੈਨੂੰ ਵੀਜ਼ਾ ਪ੍ਰੋਸੈਸ ਬਾਰੇ ਦੱਸਿਆ ਮੈਨੂੰ ਬਹੁਤ ਸਾਰੇ ਕੰਸਲਟੈਂਟਸ ਨੇ ਕੰਸਲਟ ਕੀਤਾ ਸੀ ਕਿ ਮੈਂ ਆਪਣੀ ਫਾਈਲ ਜਲੰਧਰ ਲੁਧਿਆਣੇ ਤੋਂ ਲਗਾਵਾਂ ਬਟ ਮੈਨੂੰ ਗੁਰੂ ਕਿਰਪਾ ਇਮੀਗ੍ਰੇਸ਼ਨ ਬੈਸਟ ਲੱਗਿਆ ਐਂਡ ਮੈਂ ਆਪਣੀ ਫਾਈਲ ਪ੍ਰੋਸੈਸ ਸਟਾਰਟ ਕੀਤੀ ਐਂਡ ਵਿਦਿਨ 1 ਮੰਥ ਮੈਂ ਆਪਣਾ ਵੀਜ਼ਾ ਅਪਰੂਵ ਕੀਤਾ ਐਂਡ ਮੈਂ ਚਾਹੁੰਦੀ ਹਾਂ ਜੇਕਰ ਤੁਸੀਂ ਵੀ ਆਪਣਾ ਵੀਜ਼ਾ ਅਪਰੂਵ ਕਰਨਾ ਚਾਹੁੰਦੇ ਹੋ ਤਾਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਗੁਰੂ ਕਿਰਪਾ ਇੰਸਟੀਚਿਊਟ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਜਪ੍ਰੀਤ ਸਿੰਘ ਮੈਨੂੰ ਦੱਸਦੇ ਹੋਏ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੇਰਾ ਬ੍ਰਦਰ ਮਨਮੀਤ ਸਿੰਘ ਜਿਹਨਾਂ ਦੇ 4 ਰਿਫਿਊਜ਼ਲਾਂ ਸੀ ਪਹਿਲਾਂ 2 ਲੁਧਿਆਣਾ ਤੋਂ 2 ਜਲੰਧਰ ਤੋਂ ਤੇ ਅੱਜ 5ਵੀਂ ਵਾਰ ਅਪਲਾਈ ਕੀਤਾ ਸੀ ਗੁਰੂ ਕਿਰਪਾ ਇੰਸਟੀਚਿਊਟ ਤੋਂ ਤੇ ਉਹਨਾਂ ਦਾ ਵੀਜ਼ਾ ਅਸੀਂ ਅੱਜ ਪ੍ਰਾਪਤ ਕਰ ਚੁੱਕੇ ਹਾਂ ਤੇ ਇਹਨਾਂ ਦੇ ਗੁਰੂ ਕਿਰਪਾ ਇੰਸਟੀਚਿਊਟ ਵੱਲੋਂ ਸਾਨੂੰ ਬਹੁਤ ਸਪੋਰਟ ਮਿਲੀ ਸਟਾਫ ਵੀ ਬਹੁਤ ਵਧੀਆ ਇਹਨਾਂ ਦਾ ਬਹੁਤ ਘੱਟ ਖਰਚੇ ਵਿੱਚ ਸਾਡਾ ਫਾਈਲ ਖਰਚਾ ਬਹੁਤ ਘੱਟ ਹੋਇਆ ਤੇ ਸਾਨੂੰ ਵੀਜ਼ਾ ਸਕਸੈਸ ਰੇਟ ਬਹੁਤ ਜ਼ਿਆਦਾ ਇਹਨਾਂ ਦੀ ਮੈਂ ਹਰੇਕ ਨੂੰ ਅਪੀਲ ਕਰੂੰਗਾ ਵੀ ਇੱਕ ਵਾਰ ਇੱਥੇ ਜ਼ਰੂਰ ਪਹੁੰਚੋ ਵਿਜ਼ਿਟ ਕਰੋ ਤੇ ਇਹਨਾਂ ਨਾਲ ਮਿਲ ਕੇ ਇੱਥੋਂ ਵੀਜ਼ਾ ਅਪਲਾਈ ਕਰਵਾਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਧਰਮਪ੍ਰੀਤ ਸਿੰਘ ਹੈ ਤੇ ਮੈਂ ਸ਼ੇਰਪੁਰ ਪਿੰਡ ਤੋਂ ਬਿਲੋਂਗ ਕਰਦਾ ਹਾਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਚੇਤ ਸਿੰਘ ਹੈ ਤੇ ਮੈਂ ਵੀ ਸ਼ੇਰਪੁਰ ਪਿੰਡ ਤੋਂ ਹੀ ਬਿਲੋਂਗ ਕਰਦਾ ਹਾਂ ਅੱਜ ਫਾਈਨਲੀ ਮੇਰਾ ਵੀਜ਼ਾ ਆ ਚੁੱਕਿਆ ਹੈ ਤੇ ਮੈਂ +2 ਤੋਂ ਬਾਅਦ ਇੱਥੋਂ ਹੀ ਆਪਣੀ ਆਇਲਸ ਕੰਪਲੀਟ ਕੀਤੀ ਸੀ ਤੇ ਮੇਰੇ 6.5 ਬੈਂਡ ਆ ਗਏ ਸੀ ਮੇਰਾ ਵੀ ਵੀਜ਼ਾ ਇੱਥੋਂ ਆ ਚੁੱਕਿਆ ਹੈ ਤੇ ਮੈਂ ਵੀ ਆਪਣੀ ਆਇਲਸ ਇੱਥੋਂ ਹੀ ਕੀਤੀ ਸੀ ਇੱਥੋਂ ਮੇਰੇ 7 ਬੈਂਡ ਆਏ ਸਨ ਤੇ ਅੱਜ ਮੈਂ ਬਹੁਤ ਖੁਸ਼ ਹਾਂ ਤੇ ਸਪੈਸ਼ਲੀ ਮੈਂ ਥੈਂਕਸ ਕਰਨਾ ਚਾਹੁੰਦਾ ਜਰਮਨ ਸਰ ਸੁਖਮਨ ਸਰ ਤੇ ਅਰਜਨ ਸਰ ਦਾ ਕਿਉਂਕਿ ਇਹਨਾਂ ਦੀ ਗਾਈਡਲਾਈਨਸ ਕਰਕੇ ਹੀ ਅੱਜ ਮੇਰਾ ਵੀਜ਼ਾ ਆਇਆ ਹੈ ਮੈਂ ਵੀ ਜਰਮਨ ਸਰ ਅਰਜਨ ਸਰ ਤੇ ਸੁਮਨ ਸਰ ਦਾ ਥੈਂਕਸ ਕਰਨਾ ਚਾਹੁੰਦਾ ਹਾਂ ਕਿਉਂਕਿ ਇਹਨਾਂ ਦੀ ਗਾਈਡਲਾਈਨਸ ਦਾ ਕਰਕੇ ਹੀ ਮੇਰਾ ਅੱਜ ਵੀਜ਼ਾ ਆ ਚੁੱਕਿਆ ਹੈ ਤੇ ਮੈਂ ਸਾਰਿਆਂ ਨੂੰ ਇਹੀ ਰეკਮੈਂਡ ਕਰਦਾ ਹਾਂ ਕਿ ਪਲੀਜ਼ ਇਸ ਇੰਸਟੀਚਿਊਟ ਤੇ ਜ਼ਰੂਰ ਵਿਜ਼ਿਟ ਕਰੋ ਕਿਉਂਕਿ ਇੰਸਟੀਚਿਊਟ ਬਹੁਤ ਬੈਸਟ ਹੈ ਤੇ ਆਪਣੀ ਫਾਈਲ ਜ਼ਰੂਰ ਇੱਥੋਂ ਲਵਾਓ ਮੈਂ ਵੀ ਇਹੀ ਦੱਸਣਾ ਚਾਹੁੰਦਾ ਹਾਂ ਕਿ ਇਹਨਾਂ ਦੀਆਂ ਸਰਵਿਸ ਬਹੁਤ ਵਧੀਆ ਹਨ ਤੇ ਹਰੇਕ ਕੰਮ ਪੂਰੀ ਹੋਨੈਸਟੀ ਨਾਲ ਕੀਤਾ ਜਾਂਦਾ ਹੈ ਸੋ ਜਿਸ ਨੇ ਵੀ ਆਪਣੀ ਫਾਈਲਿੰਗ ਇੱਥੋਂ ਲਗਵਾਉਣੀ ਹੋਵੇ ਤਾਂ ਜ਼ਰੂਰ ਇੱਥੇ ਵਿਜ਼ਿਟ ਕਰੋ ਤੇ ਜੇ ਤੁਹਾਡੇ ਕੋਲ ਵਿਜ਼ਿਟਰ ਵੀਜ਼ਾਸ ਦੇ ਲਈ ਆਉਂਦੇ ਆ ਤਾਂ ਤੁਹਾਡਾ ਸਭ ਤੋਂ ਘੱਟ ਕਿੰਨੇ ਟਾਈਮ ਦੇ ਵਿੱਚ ਵਿਜ਼ਿਟਰ ਵੀਜ਼ਾ ਲੱਗ ਗਿਆ ਬੇਸਿਕਲੀ ਮੈਮ ਵੀਜ਼ੇ ਤਾਂ ਜੋ ਕਰੰਟ ਸਿਨੈਰੀਓ ਚੱਲਦਾ ਪਿਆ ਇਸ ਟਾਈਮ ਦੇ ਸ਼ਫਲ ਦਾ ਕੁਝ ਨਹੀਂ ਪਤਾ ਕਿਸੇ ਦਾ ਵੀਜ਼ਾ 10 ਦਿਨਾਂ 'ਚ ਵੀ ਆ ਰਿਹਾ ਕਿਸੇ ਦਾ ਵੀਜ਼ਾ ਮਹੀਨੇ ਬਾਅਦ ਵੀ ਆ ਰਿਹਾ ਔਰ ਕੁਝ ਫਾਈਲਸ ਸਟਕ ਵੀ ਹੋ ਰਹੀਆਂ ਨੇ ਅੰਬੈਸੀ ਦੇ ਵਿੱਚ ਤਾਂ ਪਰ ਜੇ ਦੇਖਿਆ ਜਾਵੇ 95% ਜਿਹੜੀ ਮੈਂ ਪਰਸਨਲੀ ਗੱਲ ਕਰਾਂ ਮੇਰੀ ਫਾਈਲ ਕੋਈ ਨਹੀਂ ਰੁਕੀ ਨਾਲ ਦੀ ਨਾਲ ਅਸੀਂ ਇੰਸਟਾਗ੍ਰਾਮ ਤੇ ਸ਼ੇਅਰ ਕਰ ਰਹੇ ਹਾਂ ਆਪਣਾ ਟੋਟਲੀ ਜਿੰਨਾ ਵੀ ਬੱਚਿਆਂ ਦੇ ਜਿਹੜੇ ਵੀਜ਼ਾਸ ਆ ਰਹੇ ਨੇ ਪ੍ਰੋਪਰਲੀ ਉਸ ਨੂੰ ਸ਼ੇਅਰ ਕਰ ਰਹੇ ਹਾਂ ਪਲੇਟਫਾਰਮ ਦੇ ਨਾਲ ਕੀ ਟਾਈਮਲਾਈਨ ਚੱਲ ਰਿਹਾ ਹੈ ਇਹ ਬੱਚੇ ਦਾ ਕਿਹੜਾ ਕੋਰਸ ਸੀਗਾ ਕਿੱਦਾਂ ਕਿਹਦਾ ਕਿਵੇਂ ਵੀਜ਼ਾ ਆਇਆ ਬੜੀ ਦੂਰੋਂ ਕਲਾਇੰਟਸ ਆ ਰਹੇ ਨੇ ਅੰਮ੍ਰਿਤਸਰ ਤੋਂ ਵਲਟੋਹੇ ਤੋਂ ਜਗਰਾਉਂ ਤੋਂ ਬੱਚੇ ਰਿਫਿਊਜ਼ਲਾਂ ਲੈ ਕੇ ਆ ਰਹੇ ਨੇ ਹੁਣ ਤਾਂ ਨਵਾਂ ਦੌਰ ਦੇਖਣ ਨੂੰ ਜਿਹੜਾ ਬੱਚਾ 92-95% ਵਾਲੇ ਦੀ ਵੀ ਸ਼ੋਰਿਟੀ ਹੈ ਨਹੀਂ ਵੀਜ਼ਾ ਆਉਣਾ ਕਿ ਨਹੀਂ ਆਉਣਾ ਕਿਉਂਕਿ ਤੁਹਾਨੂੰ ਦੱਸਿਆ ਕਿ ਅੰਬੈਸੀ ਸਟ੍ਰਿਕਟ ਹੋਈ ਆ ਬਟ ਵੀਜ਼ੇ ਵੱਲੋਂ ਨਹੀਂ ਕਮੀ ਛੱਡੀ ਆ ਕਿਸ
ਇਸ ਫਾਈਲ ਦਾ ਤੁਸੀਂ ਦਾਵਾ ਕਰਦੇ ਹੋ ਤੇ ਕਹਿੰਦੇ ਹੋ ਕਿ 100% ਗਾਰੰਟੀ ਜਿਹੜੀ ਹੈ ਗੁਰਕਿਰਪਾ ਇਮੀਗ੍ਰੇਸ਼ਨ ਚੱਕਦੀ ਹੈ ਕਿ ਇਸ ਬੱਚੇ ਦਾ ਬਾਹਰ ਜਾਣਾ ਪੱਕਾ ਹੈ? ਜਿਹੜੀ ਫਰੈਸ਼ਰ ਫਾਈਲ ਹੈ, ਜੇ ਤਾਂ ਉਹ ਬੱਚੇ ਦੇ ਨੰਬਰ ਸਕੋਰਸ ਵਧੀਆ ਨੇ, ਉਹਦੀ ਵਾਕਈ ਜੈਨੂਇਨ ਇੰਟੈਂਸ਼ਨ ਹੈਗੀ ਹੈ, ਤਾਂ ਉਹ ਬੱਚੇ ਦਾ 100% ਮੈਂ ਮੰਨਦਾ ਕਿ ਵੀਜ਼ਾ ਆਉਂਦਾ। ਬਟ ਜਿਹੜੇ ਰਿਫਿਊਜ਼ਲ ਵਾਲੇ ਕੇਸਿਸ ਕੁਝ ਇਹੋ ਜਿਹੇ ਵੀ ਹੁੰਦੇ ਨੇ ਜਿਨ੍ਹਾਂ ਦੇ ਅਸੀਂ ਕੰਡੇ ਨਹੀਂ, ਜਿਨ੍ਹਾਂ ਦੇ ਕੰਡੇ ਬੀਜੇ ਕਿ ਉਹ ਅਸੀਂ ਨਹੀਂ ਕੱਢ ਸਕਦੇ, ਕਿਉਂਕਿ ਜਿਹੜੇ ਏਜੰਟਾਂ ਨੇ ਫਾਈਲਾਂ ਲਾਈਆਂ ਹੋਈਆਂ ਨੇ, ਜਦੋਂ ਆਪਾਂ ਉਹਦੇ ਤੇ ਕੋਈ ਡਿਪਲੋਮਾ ਨਾਨ ਰੈਲੀਵੈਂਟ ਵਾਲਾ ਲਾ ਦਿੰਦੇ ਆ ਤਾਂ ਕੋਈ ਤੁੱਕ ਬਣਦਾ ਨਹੀਂ ਅੰਬੈਸੀ ਦੇ ਵਿੱਚ, ਔਰ ਵੀਜ਼ਾ ਆਫੀਸਰ ਕਲੀਅਰਲੀ ਦੇਖ ਰਿਹਾ ਵੀ ਇਹ ਕੁਝ ਹੋਰ ਹੀ ਹੈ, ਇਹ ਫਾਈਲ ਨਹੀਂ ਗੀ, ਇਹ ਜੈਨੂਇਨ ਸਟੂਡੈਂਟ ਨਹੀਂ ਹੈਗਾ। ਔਰ ਜ਼ਿਆਦਾਤਰ ਤਾਂ ਪ੍ਰੋਬਲਮ ਇਹ ਵੀ ਦੇਖੀ ਗਈ ਹੈ ਰਿਫਿਊਜ਼ਲਾਂ ਦੇ ਵਿੱਚ, ਜਿਹੜੇ ਸਟੂਡੈਂਟਸ ਦੇ ਪੇਰੈਂਟਸ ਦੇ ਫਾਈਨੈਂਸ਼ੀਅਲਸ ਬਹੁਤ ਵੀਕ ਨੇ, ਜਿਹੜੇ ਟੈਕਸ ਪੇ ਨਹੀਂ ਕਰਦੇ ਜਾਂ ਜਿਹੜੇ ਜਿਨ੍ਹਾਂ ਦੀ ਇਨਕਮ ਵੀ 4 ਤੋਂ 5 ਲੱਖ ਹੈ, ਸੋ ਮੇਰੇ ਅਕੋਰਡਿੰਗਲੀ ਉਸ ਬੱਚੇ ਦਾ ਵੀ ਵੀਜ਼ਾ ਬਹੁਤ ਰਿਫਿਊਜ਼ ਹੋ ਰਿਹਾ। ਮੰਨ ਲਓ ਕਿ ਇੱਕ ਗਰੀਬ ਘਰ ਦਾ ਬੱਚਾ ਤੁਹਾਡੇ ਕੋਲ ਆ ਰਿਹਾ ਹੈ, ਫਾਈਨੈਂਸ਼ੀਅਲੀ ਉਹ ਇੰਨਾ ਸਟਰੋਂਗ ਨਹੀਂ ਹੈ, ਪਰ ਉਹਨੂੰ ਇੱਕ ਉਮੀਦ ਹੈ, ਉਹਨੂੰ ਹੋਪ ਹੈ ਕਿ ਮੈਂ ਬਾਹਰ ਜਾਣਾ ਤੇ ਮੈਂ ਸਵਾਰ ਲੂੰਗਾ ਆਪਣਾ। ਮੈਡਮ ਉਹਦੇ 'ਚ ਕੀ ਕਰ ਸਕਦੇ ਆ ਕਿ ਆਪਣੇ ਜਿਹੜੇ ਫਾਈਨੈਂਸ਼ੀਅਲਸ ਆ ਵੀ ਜਿੱਦਾਂ ਆਪਣੇ ਆਈਟੀਆਰਸ ਵਗੈਰਾ ਆਪਾਂ ਉਹਨਾਂ ਨੂੰ ਸਟਰੋਂਗ ਕਰ ਸਕਦੇ ਆ, ਉਹਨਾਂ ਨੂੰ ਪ੍ਰੋਪਰਲੀ ਸਟਰੋਂਗ ਕਰਕੇ ਲਾ ਸਕਦੇ ਆ ਕਿ ਆਪਣੇ ਜਿਹੜਾ ਵੀਜ਼ਾ ਆਫੀਸਰ ਉਹ ਅਸੈਸ ਕਰ ਸਕੇ ਆਪਣੀ ਫਾਈਲ ਨੂੰ ਕਿ ਇਹਦੇ ਫਾਈਨੈਂਸ਼ੀਅਲ ਪੱਖੋਂ ਇਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਬੇਸ਼ੱਕ ਦੀ ਕੰਮ ਬੰਦੇ ਦਾ ਜਿਹੋ ਜਿਹਾ ਮਰਜ਼ੀ ਦਾ ਹੋਵੇ, ਬਟ ਫਾਈਨੈਂਸ਼ੀਅਲੀ ਆਪਣੇ ਬਹੁਤ ਜ਼ਰੂਰੀ ਔਰ ਬਹੁਤ ਜ਼ਿਆਦਾ ਮੈਟਰ ਕਰਦੇ ਨੇ ਫਾਈਲਿੰਗ ਦੇ ਵਿੱਚ, ਵੀਜ਼ਾ ਦੇ ਵਿੱਚ। ਮਤਲਬ ਤੁਸੀਂ ਡਾਕੂਮੈਂਟੇਸ਼ਨ ਆਪਣੀ ਇਸ ਤਰੀਕੇ ਦੀ ਸਟਰੋਂਗ ਰੱਖਣੀ ਹੈ ਕਿ ਤੁਹਾਨੂੰ ਵੀਜ਼ਾ ਰਿਫਿਊਜ਼ਲ ਆ ਹੀ ਨਹੀਂ ਸਕਦੀ ਜਦੋਂ ਤੁਹਾਡੀ ਫਾਈਲ ਜਿਹੜੀ ਹੈ ਸਟਰੋਂਗ ਹੋਈ। ਬਿਲਕੁਲ ਮੈਮ, ਜੇ ਦੇਖਿਆ ਜਾਵੇ ਜੇ ਵੀਜ਼ਾ ਆਫੀਸਰ ਕੋਲ 10 ਫਾਈਲਾਂ ਪਈਆਂ ਨੇ, ਉਹਨੇ 6 ਵੀਜ਼ੇ ਦੇਣੇ ਨਾ, ਤਾਂ ਉਹ ਬੈਸਟ ਫਾਈਲ ਹੀ ਦੇਖ ਕੇ ਉਹਨਾਂ ਨੂੰ ਦਊਗਾ, ਭਾਵੇਂ ਉਹ 90% ਹੈ ਭਾਵੇਂ ਉਹ 60% ਹੈ। ਮੇਨਲੀ ਬੇਸਿਕਲੀ ਅੱਜ ਤਾਂ ਇਹੀ ਦੇਖਿਆ ਜਾ ਰਿਹਾ, ਬੱਚੇ ਦੀ ਇੰਟੈਂਸ਼ਨਸ ਦੇਖੀਆਂ ਜਾ ਰਹੀਆਂ, ਬੱਚਾ ਵਾਪਸ ਆਊਗਾ ਕਿ ਨਹੀਂ ਆਊਗਾ। ਤੁਸੀਂ ਫੋਕਸ ਬੱਚਾ ਅੱਜ ਡੇਟ 'ਚ ਮੈਂ ਮੈਸੇਜ ਦੇਣਾ ਚਾਹੂੰਗਾ ਤੁਹਾਡੇ ਪਲੇਟਫਾਰਮ ਦੇ ਜ਼ਰੀਏ, ਜਿਸ ਬੱਚਿਆਂ ਦਾ ਰਿਫਿਊਜ਼ਲ ਆਇਆ ਘਬਰਾਉਣ ਦੀ ਬਿਲਕੁਲ ਜ਼ਰੂਰਤ ਨਹੀਂ। ਮੇਰੇ ਅਕੋਰਡਿੰਗਲੀ ਵੀਜ਼ਾ ਆਫੀਸਰ ਕਦੇ ਵੀ ਵੀਜ਼ਾ ਰਿਫਿਊਜ਼ ਨਹੀਂ ਕਰਦਾ ਜੇ ਤੁਹਾਡੀ ਫਾਈਲ 'ਚ ਮਿਸਟੇਕ ਨਹੀਂ ਕੀਤਾ। ਜੇ ਤੁਸੀਂ ਇੱਕ ਵਾਰੀ ਆਪਣੀ ਪ੍ਰੋਫਾਈਲ ਨੂੰ ਆਪ ਖੁਦ ਪ੍ਰੋਪਰਲੀ ਚੈੱਕ ਕਰੋ, ਆਰਾਮ ਨਾਲ ਬੈਠ ਕੇ ਉਹਨੂੰ 4 ਤੋਂ 5 ਵਾਰੀ ਆਰਾਮ ਨਾਲ ਦੇਖੋ, ਕਿਤੇ ਨਾ ਕਿਤੇ 100% ਮਿਸਟੇਕ ਹੋਊਗੀ ਤੁਹਾਡੀ ਫਾਈਲ 'ਚ। ਇਹ ਬਹੁਤ ਦੇਖਿਆ ਜਾ ਰਿਹਾ ਜੀ। ਮਤਲਬ ਤੁਹਾਡੇ ਕੋਲ ਸਟੂਡੈਂਟ ਆਂਦਾ ਹੈ, ਤੁਸੀਂ ਆਪ ਵੀ ਬਕਾਇਦਾ ਫਾਈਲ ਚੈੱਕ ਕਰਦੇ ਹੋ, ਬੱਚਿਆਂ ਤੋਂ ਵੀ ਬਕਾਇਦਾ ਜਿਹੜੀ ਉਹਨਾਂ ਦੀ ਐਸਓਪੀ ਵਗੈਰਾ ਰੀਡ ਕਰਵਾਉਂਦੇ ਕਿ ਤੁਹਾਨੂੰ ਪਤਾ ਹੋਵੇ ਕਿ ਸ਼ੁਰੂ ਤੋਂ ਲੈ ਕੇ ਐਂਡ ਤੱਕ ਕੀ ਲਿਖਿਆ ਹੋਇਆ ਉਹਦੇ। ਅਸੀਂ ਹੁਣ ਬੱਚੇ ਜਿਹੜੇ ਸਾਡੇ ਕੋਲ ਆਉਂਦੇ ਨੇ ਰਿਫਿਊਜ਼ਲਸ ਲੈ ਕੇ ਆਉਂਦੇ ਨੇ, ਅਸੀਂ ਉਹਨਾਂ ਨੂੰ ਵੈਲਿਡ ਰੀਜ਼ਨ ਦਿੰਨੇ ਆ ਵੀ ਹਾਂਜੀ ਤੁਹਾਡਾ ਕਿਉਂ ਰਿਫਿਊਜ਼ਲ ਆਇਆ। ਫਿਰ ਉਹਨਾਂ ਨੂੰ ਇਹ ਵੀ ਅਸੀਂ ਨਾਲ ਆਨਸਰ ਦਿੰਨੇ ਆ ਕਿ ਤੁਸੀਂ ਸਾਡੇ ਕੋਲ ਫਾਈਲ ਲਾਓਗੇ ਤਾਂ ਆਪਾਂ ਇਸ ਤਰੀਕੇ ਨਾਲ ਲਾਵਾਂਗੇ, ਔਰ ਬੱਚੇ ਨੂੰ ਵੀ ਉਹ ਫੀਲ ਆਉਂਦਾ ਹੈ ਅੰਦਰੋਂ ਕਿ ਵਾਕਈ ਮੇਰੀ ਜਿਹੜੀ ਸੀ ਕਾਉਂਸਲਿੰਗ ਪ੍ਰੋਪਰਲੀ ਕੀਤੀ ਗਈ ਹੈ, ਕੁਝ ਮੈਨੂੰ ਪ੍ਰੋਪਰਲੀ ਦੱਸਿਆ ਜਾ ਰਿਹਾ, ਜਿਹੜਾ ਕਿ ਮੈਨੂੰ ਪਹਿਲਾਂ ਪਿਛਲੇ ਏਜੰਟ ਨੇ ਨਹੀਂ ਦੱਸਿਆ ਸੀ। ਪਿਛਲੇ ਏਜੰਟ ਨੇ ਸਿਰਫ ਇਹੀ ਕਿਹਾ ਸੀ ਕਿ ਤੁਸੀਂ ਥੋੜਾ ਡਾਕੂਮੈਂਟ ਦੇ ਦਿਓ, ਤੁਹਾਡੀ ਫਾਈਲ ਅਪਲਾਈ ਕਰਤੀ ਹੋਈ ਆ ਤੇ ਬਸ ਤੁਹਾਡਾ ਵੀਜ਼ਾ ਆ ਜਾਊਗਾ, ਔਰ ਬੱਚਾ ਉਹ ਹੋਪ ਦੇ ਨਾਲ ਰਹਿੰਦਾ ਹੈ, ਜਦੋਂ ਐਂਡ ਤੇ ਰਿਜ਼ਲਟ ਆਉਂਦਾ ਟਾਈਮ ਉਦੋਂ ਰਿਫਿਊਜ਼ਲ ਆ ਜਾਂਦਾ। ਬੇਸਿਕਲੀ ਮੈਂ ਇੱਕ ਗੱਲ ਮੰਨਦਾ ਜੀ, ਜਿਸ ਪੇਰੈਂਟਸ ਨੇ 17 ਤੋਂ 18 ਲੱਖ ਰੁਪਇਆ ਕਰਨਾ, ਉਹਨੂੰ ਉਮੀਦ ਹੁੰਦੀ ਹੈ ਤਾਂ ਹੀ ਪੇ ਕਰਦਾ ਹੈ। ਸਕਸੈਸ ਰੇਟ ਕੀ ਹੈ ਤੁਹਾਡਾ? ਮੈਮ ਜਿਹੜਾ ਮੇਰਾ ਸਕਸੈਸ ਰੇਟ ਹੈ ਬੇਸਿਕਲੀ 4 ਤੋਂ 5 ਮਹੀਨੇ ਦਾ ਮੈਂ ਸਰਵੇ ਦੇਖ ਰਿਹਾ ਆਪਣਾ, ਮੇਰਾ ਇੱਕ ਵੀ ਰਿਫਿਊਜ਼ਲ ਹੈ ਨਹੀਂਗਾ। ਇਹ ਸਾਡਾ ਦਾਵਾ ਹੈ ਇਸ ਚੀਜ਼ ਦਾ, ਕਿਉਂਕਿ ਅਸੀਂ ਪ੍ਰੋਫਾਈਲਸ ਹੀ ਉਹੀ ਪਿਕ ਕਰਦੇ ਹਾਂ ਜਿਹੜਾ ਸਾਨੂੰ ਲੱਗਦਾ ਕਿ ਵੀਜ਼ਾ ਇਸ ਬੱਚੇ ਦਾ ਆਏਗਾ। ਭਾਵੇਂ ਰਿਫਿਊਜ਼ਲ ਕੇਸਿਸ ਵੀ ਅਸੀਂ ਬਹੁਤ ਹੁਣੇ ਰੀਸੈਂਟਲੀ ਇਸ਼ੂ ਕਰਾਏ ਨੇ ਵੀਜ਼ਾ, ਤੇ ਜਿਹੜੇ ਸਟੂਡੈਂਟਸ ਵੀ ਰਿਫਿਊਜ਼ ਹੋ ਚੁੱਕੇ ਨੇ, ਆਪਣੇ ਡਾਕੂਮੈਂਟੇਸ਼ਨਸ ਪ੍ਰੋਪਰ ਆਪਣੇ ਪੁਰਾਣੇ ਏਜੰਟ ਤੋਂ ਲੈ ਕੇ ਆਓ ਔਰ ਐਸਪੀ ਨੂੰ ਲੈ ਕੇ ਆਓ, ਆਪਾਂ 100% ਉਹਦੇ ਤੇ ਵਰਕਿੰਗ ਕਰਕੇ ਵੀਜ਼ਾ ਲਵਾਂਗੇ। ਬਹੁਤ ਬਹੁਤ ਧੰਨਵਾਦ ਜਰਮਨਜੀਤ ਜੀ ਸਾਨੂੰ ਸਮਾਂ ਦੇਣ ਦੇ ਲਈ। ਸੋ ਉਮੀਦ ਕਰਦੀ ਹਾਂ ਕਿ ਤੁਹਾਡੇ ਬਹੁਤ ਸਾਰੇ ਸਵਾਲਾਂ ਦਾ ਜਵਾਬ ਇਸ ਖਾਸ ਇੰਟਰਵਿਊ ਦੇ ਵਿੱਚ ਤੁਹਾਨੂੰ ਮਿਲ ਗਿਆ ਹੋਵੇਗਾ। ਜੇਕਰ ਤੁਸੀਂ ਹੋਰ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਤੇ ਤੁਹਾਨੂੰ ਕੁਝ ਨੰਬਰ ਦਿਖ ਰਹੇ ਹੋਣਗੇ ਤੇ ਕੁਝ ਆਈਡੀਜ਼ ਮੈਂਸ਼ਨ ਕੀਤੀਆਂ ਗਈਆਂ ਨੇ ਸੋਸ਼ਲ ਮੀਡੀਆ ਦੀ ਵੀ, ਉੱਥੇ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਤੁਹਾਡੇ ਲਈ 24 ਘੰਟੇ ਇਹ ਨੰਬਰ ਜਿਹੜੇ ਨੇ ਉਹ ਅਵੇਲੇਬਲ ਨੇ। ਕਿਸੇ ਵੀ ਤਰੀਕੇ ਦਾ ਸਵਾਲ ਜਿਹੜਾ ਤੁਸੀਂ ਉੱਥੇ ਜਾ ਕੇ ਮੈਸੇਜ ਕਰਕੇ ਵੀ ਦੇ ਸਕਦੇ ਹੋ ਤੇ ਕੋਈ ਵੀ ਇਨਕੁਆਇਰੀ ਜਿਹੜੀ ਹੈ ਤੁਸੀਂ ਇਹਨਾਂ ਨੰਬਰਾਂ ਤੇ ਰਾਬਤਾ ਕਾਇਮ ਕਰਕੇ ਲੈ ਸਕਦੇ ਹੋ। ਹੁਣ ਮੈਨੂੰ ਯਾਨੀ ਕਿ ਸ਼ਿਖਾ ਸੰਧੀ ਨੂੰ ਦਿਓ ਇਜਾਜ਼ਤ। ਧੰਨਵਾਦ।